ਵੀ ਡੋਂਟ ਕੇਅਰ। ਅਗਰ ਤੁਸੀਂ ਜੋਕਰ ਹੋ, ਤੁਸੀਂ ਸਰਦਾਰ ਹੋ, ਮੋਨੇ ਹੋ, ਘੋਨੇ ਹੋ, ਘਰ ਦੇ ਵਿੱਚ ਜੋਕਰ ਵਾਂਗੂ ਬਿਹੇਵ ਕਰਨਾ, ਜਨਾਨੀ ਵਾਂਗੂ ਬਿਹੇਵ ਕਰਨਾ, ਬੰਦਿਆਂ ਵਾਂਗੂ ਬਿਹੇਵ ਕਰਨਾ, ਵੀ ਡੋਂਟ ਗਿਵ ਅ ਫੱਕ। ਦੂਜੀ ਚੀਜ਼, ਜੋ ਬਰੰਪਟਨ ਦੇ ਵਿੱਚ ਨਾ ਨਗਰ ਕੀਰਤਨ ਹੋਇਆ, ਉੱਥੇ ਦਿਖਾਇਆ ਗਿਆ ਕਿ ਕਿੱਦਾਂ ਇੰਦਰਾ ਗਾਂਧੀ ਨੂੰ ਮਾਰਿਆ, ਉਹਦੇ ਬੁੱਤ ਜੋ ਵੀ ਖਿਲਾਰੇ ਗਏ। ਕਹਿੰਦੇ ਯਾਰ ਸਿੱਖ ਲੋਕ ਬੜੇ ਸੀਰੀਅਸ ਲੋਕ ਨੇ, ਜਿੱਦਾਂ ਇਹਨਾਂ ਨੂੰ ਰਿਪਰੈਜ਼ੈਂਟ ਬਾਲੀਵੁੱਡ ਦੇ ਵਿੱਚ ਕੀਤਾ ਗਿਆ ਨਾ, ਇੱਦਾਂ ਦੇ ਬੰਦੇ ਨਹੀਂ ਹੈ। ਬਟ ਸਾਡੇ ਜੋ ਕੁਛ ਗਿਣੇ ਚੁਣਵੇਂ ਇੰਟਰਨੈਸ਼ਨਲ ਸਟਾਰ ਹੈ, ਉਹੀ ਇੱਦਾਂ ਦੀ ਹਰਕਤ ਕਰਨ। ਫਿਰ ਅਗਰ ਬਾਲੀਵੁੱਡ ਆਪਾਂ ਨੂੰ ਜੋਕਰ ਵਾਂਗੂ ਦਿਖਾਏ ਤੇ ਫਿਰ ਉਹ ਬਾਲੀਵੁੱਡ ਦਾ ਕਸੂਰ ਥੋੜੀ। ਦੋ ਚੀਜ਼ਾਂ ਨੇ, ਇੱਕ ਵੀ ਨਗਰ ਕੀਰਤਨ, ਦੂਜੀ ਹੈ ਪਰੇਡ ਹੁੰਦੀ ਜਿੱਦਾਂ ਆਰਮੀ ਵਾਲੀ ਪਰੇਡ ਹੁੰਦੀ ਹੈ ਨਾ, ਕਿ ਅਸੀਂ ਆਪਣੇ ਆਪ ਨੂੰ ਦਿਖਾਉਣਾ ਕਿ ਸਾਡੇ ਕੋਲ ਕਿੱਦਾਂ ਦੀਆਂ ਮਿਜ਼ਾਈਲਾਂ ਨੇ, ਸਾਡੇ ਕੋਲ ਕਿੱਦਾਂ ਦੀ ਫੌਜ ਹੈ। ਕਿਸੇ ਨੂੰ ਦਿਖਾਉਣਾ ਕਿ ਕਿੱਦਾਂ ਅਸੀਂ ਕਿਸੇ ਨੂੰ ਮਾਰਿਆ ਸੀ। ਐਮ ਆਈ ਸਪੋਜ਼ ਟੂ ਗੈਟ ਹੈਪੀ? ਕੀ ਮੈਨੂੰ ਉਹਦੇ ਖੁਸ਼ ਹੋਣਾ ਚਾਹੀਦਾ? ਇੱਕ ਖੁਸ਼ੀ ਵਾਲੇ ਫੰਕਸ਼ਨ ਨੂੰ ਇੱਕ ਪੋਲੀਟੀਕਲ ਫੰਕਸ਼ਨ ਦੇ ਵਿੱਚ ਆਈ ਫੀਲ ਲਾਈਕ ਆਪਾਂ ਤਬਦੀਲ ਕਰਤਾ। ਰਾਤੀ ਨਾ ਸੁਪਨਾ ਮੈਨੂੰ ਬੜਾ ਵੀਰਡ ਜਿਹਾ ਆਇਆ। ਸੁਪਨਾ ਇਹ ਸੀ ਕਿ ਵਲੈਦੀਮੀਰ ਪੁਤਿਨ ਸਾਡੇ ਪਿੰਡ ਆਇਆ, ਕੋਈ ਧਾਰਮਿਕ ਫੰਕਸ਼ਨ ਸੀ, ਜਿੱਦਾਂ ਪ੍ਰਭਾਤ ਫੇਰੀਆਂ ਹੁੰਦੀਆਂ ਨਾ ਕਿ ਗਲੀ ਦੇ ਵਿੱਚ ਤੁਸੀਂ ਫੇਰੀ ਕਰਦੇ ਹੋ ਸਵੇਰੇ ਸਵੇਰੇ, ਉੱਦਾਂ ਦਾ ਕੋਈ ਫੰਕਸ਼ਨ ਸੀ। ਤੇ ਉਹਨੇ ਬੀੜ ਸਾਹਿਬ ਚੁੱਕੇ ਹੋਏ ਸਿਰ ਤੇ ਸਾਡੇ ਪਿੰਡ ਦੇ ਕਿਸੇ ਬਾਪੂ ਨੂੰ ਉਤੋਂ ਦਿੱਕਤ ਹੋਈ ਤੇ ਉਹਨੇ ਪੁਤਿਨ ਨੂੰ ਬੁਰਾ ਭਲਾ ਕਿਹਾ। ਤੇ ਕਿਉਂਕਿ ਉਹਨੇ ਪੁਤਿਨ ਨੂੰ ਬੁਰਾ ਭਲਾ ਕਿਹਾ, ਸਾਡੇ ਪਿੰਡ ਦੇ ਵਿੱਚ ਵਰਲਡ ਵਾਰ 3 ਸ਼ੁਰੂ ਹੋਈ। ਤੇ ਸਵੇਰੇ ਜਦੋਂ ਮੈਂ ਉੱਠਿਆ ਬੜਾ ਨਾ ਡਰਿਆ ਹੋਇਆ ਸੀ, ਉੱਦਾਂ ਦਾ ਸੁਪਨਾ ਸੀ ਕਿ ਇੱਕਦਮ ਯਾਰ ਕਿਤੇ ਰਿਐਲਿਟੀ 'ਚ ਇਹ ਨਾ ਹੋ ਜਾਏ। ਬੜਾ ਵਿਵਿਡ ਸੁਪਨਾ ਕਹਿ ਲਵਾਂ, ਜਾਂ ਬੜਾ ਨਾ ਜਿਹੜਾ ਯਾਦ ਰਹਿ ਜਾਂਦਾ ਸੁਪਨਾ, ਉੱਦਾਂ ਦਾ ਸੁਪਨਾ ਸੀ। ਤੇ ਮੈਂ ਸੋਚਦਾ ਪਿਆ ਸੀ ਉੱਠ ਕੇ ਕਿ ਪੋਲੀਟਿਕਸ ਮੇਰੇ ਦਿਮਾਗ ਦੇ ਵਿੱਚ ਕਿੰਨੀ ਜ਼ਿਆਦਾ ਰਚੀ ਹੋਈ ਹੈ ਕਿ ਸੁਪਨੇ ਦੇ ਵਿੱਚ ਵੀ ਉਹ ਡਿਟੈਚਮੈਂਟ ਮੈਨੂੰ ਨਹੀਂ ਮਿਲਦੀ ਪਈ। ਤੇ ਅਗਰ ਅੱਜ ਦੀ ਕਰੰਟ ਟਾਈਮ ਦੀ ਮੈਂ ਗੱਲ ਕਰਾਂ, ਮਾਡਰਨ ਟਾਈਮ ਦੀ ਮੈਂ ਗੱਲ ਕਰਾਂ, ਜ਼ਿਆਦਾਤਰ ਚੀਜ਼ਾਂ, ਮੈਜੋਰਿਟੀ ਜੋ ਚੀਜ਼ਾਂ ਨੇ ਉਹ ਜ਼ਿਆਦਾ ਨਾ ਉਹਨਾਂ ਵਿੱਚ ਪੋਲੀਟਿਕਸ ਹੈ ਹੀ ਹੈ। ਤੁਹਾਡੇ ਓਪੀਨੀਅਨਸ ਜੋ ਇੰਟਰਨੈਟ 'ਤੇ ਟਰੈਂਡ ਜ਼ਿਆਦਾ ਕਰਦਾ ਪਿਆ, ਠੀਕ ਹੈ, ਤੁਹਾਡੀ ਫਰੈਂਡਸ਼ਿਪ ਕਿੱਦਾਂ ਦੀ ਹੈ, ਤੁਹਾਡੇ ਕਿੱਦਾਂ ਦੇ ਗਰੁੱਪਸ ਨਾਲ ਤੁਸੀਂ ਹੈਂਗ ਆਊਟ ਕਰਦੇ ਹੋ, ਕਿੱਦਾਂ ਦੇ ਬੰਦਿਆਂ ਨਾਲ ਤੁਸੀਂ ਗੱਲਬਾਤ ਕਰਦੇ ਹੋ, ਉਹ ਡਿਪੈਂਡ ਕਰਦਾ ਤੁਹਾਡੀ ਪੋਲੀਟੀਕਲ ਲੀਨਿੰਗ ਜਾਂ ਓਪੀਨੀਅਨਸ ਕਿੱਦਾਂ ਦੀ ਨੇ। ਅਗਰ ਕੋਈ ਓਪੋਜ਼ਿਟ ਓਪੀਨੀਅਨ ਤੁਹਾਡੇ ਤੋਂ ਰੱਖਦਾ, ਤੁਹਾਡੀ ਉਹਨਾਂ ਜ਼ਿਆਦਾਤਰ ਚੀਜ਼ ਗੱਲਬਾਤ ਹੁੰਦੀ ਨਹੀਂ, ਜਾਂ ਤੁਹਾਡੇ ਰਿਲੇਸ਼ਨਸ਼ਿਪ ਵਧੀਆ ਨਹੀਂ ਬਣਦੇ। ਅਤੇ ਇਸ ਲਈ ਪੋਲੀਟਿਕਸ ਦੀ ਮੈਂ ਗੱਲ ਕਰਾਂ ਫਿਰ ਬਹੁਤ ਜ਼ਿਆਦਾ ਆਪਣੇ ਮਾਡਰਨ ਟਾਈਮ ਦੇ ਵਿੱਚ ਰਚੀ ਹੋਈ ਹੈ। ਅਤੇ ਹੁਣ ਤੱਕ ਅਗਰ ਇੰਡੀਅਨਸ ਦੀ ਮੈਂ ਗੱਲ ਕਰਾਂ ਨਾ, ਸਾਨੂੰ ਸ਼ਾਇਦ ਸੀਰੀਅਸਲੀ ਨਹੀਂ ਸੀ ਲਿਆ ਗਿਆ 10 ਜਾਂ 15-20 ਸਾਲ ਪਹਿਲਾਂ ਤੱਕ। ਬਟ ਹੁਣ ਮੈਂ ਦੇਖਦਾ ਜਿੱਦਾਂ ਆਪਣੀ ਰਿਪਰੈਜ਼ੈਂਟੇਸ਼ਨ ਹੁੰਦੀ ਪਈ ਹੈ ਇੰਟਰਨੈਸ਼ਨਲ ਲੈਵਲ ਦੇ ਉੱਤੇ, ਠੀਕ ਹੈ, ਜਿੱਦਾਂ ਇੰਡੀਅਨਸ ਨੂੰ ਆਪਾਂ ਦੇਖੀਏ ਨਾ ਪੂਰੇ ਵਰਲਡ ਦੇ ਲੈਵਲ ਦੇ ਉੱਤੇ, ਹੁਣ ਸਾਨੂੰ ਸੀਰੀਅਸਲੀ ਲਿਆ ਜਾ ਰਿਹਾ। ਅਤੇ ਪੰਜਾਬੀਆਂ ਦੀ ਮੈਂ ਉਹਨਾਂ ਨੂੰ ਇਨਕਲੂਡ ਕਰਾਂ ਕਿ ਸ਼ਾਇਦ ਪਹਿਲੋਂ ਇੰਨਾ ਸੀਰੀਅਸਲੀ ਨਹੀਂ ਸੀ ਲਿਆ ਜਾਂਦਾ, ਹੁਣ ਕਾਫੀ ਪੰਜਾਬੀਆਂ ਨੂੰ ਵੀ ਸੀਰੀਅਸਲੀ ਲਿਆ ਜਾ ਰਿਹਾ। ਭਾਵੇਂ ਉਹ ਪੋਲੀਟੀਕਲ ਚੀਜ਼ਾਂ ਹੋ ਗਈਆਂ ਜਾਂ ਪੌਪ ਕਲਚਰ ਦੀਆਂ ਚੀਜ਼ਾਂ ਹੋ ਗਈਆਂ। ਜਿੱਦਾਂ ਜਗਮੀਤ ਸਿੰਘ ਦੀ ਮੈਂ ਪਹਿਲੋਂ ਗੱਲ ਕੀਤੀ ਨਾ, ਠੀਕ ਹੈ, ਉਹਦੀ ਆਈਡੀਓਲੋਜੀ ਦੇ ਨਾਲ ਸ਼ਾਇਦ ਮੈਂ ਐਗਰੀ ਨਹੀਂ ਕਰਦਾ ਕੈਨੇਡਾ ਦੇ ਵਿੱਚ, ਬਟ ਕਿਉਂਕਿ ਉਹ ਇੱਕ ਸਰਦਾਰ, ਉਹਨੂੰ ਕੋਈ ਨਾ ਕੋਈ ਪੋਜੀਸ਼ਨ ਮਿਲੀ, ਨਾ ਕਿ ਉਹ ਸਰਦਾਰ ਉਹਨੂੰ ਪੋਜੀਸ਼ਨ ਮਿਲੀ, ਬਟ ਉਹ ਇੱਕ ਰਿਪਰੈਜ਼ੈਂਟ ਕਰਦਾ ਪੰਜਾਬੀਆਂ ਤੋਂ। ਹੋਪਫੁਲੀ ਜੋ ਵੀ ਉਹਨੂੰ ਪੋਜੀਸ਼ਨ ਮਿਲੀ ਹੈ, ਉਹਦੇ ਕੋਈ ਨਾ ਕੋਈ ਇੱਦਾਂ ਦਾ ਸਕਿੱਲ ਹੋਵੇ, ਉਹਦੇ ਕੋਲ ਲੀਡਰਸ਼ਿਪ ਸਕਿੱਲ ਹੋਵੇ, ਜਾਂ ਕੋਈ ਨਾ ਕੋਈ ਵਧੀਆ ਚੀਜ਼ ਉਹਦੇ ਕੋਲ ਹੈ ਜੋ ਉਹਨੂੰ ਉੱਦਾਂ ਦੀ ਪੋਜੀਸ਼ਨ ਮਿਲੀ। ਕਿਉਂਕਿ ਉਹ ਜੋ ਵੀ ਕਰੇਗਾ ਕਿਤੇ ਨਾ ਕਿਤੇ ਉਹ ਰਿਫਲੈਕਟ ਕਰਦਾ ਪੰਜਾਬੀ ਕਮਿਊਨਿਟੀ ਦੇ ਉੱਤੇ। ਫਿਰ ਇੱਕ UK ਦਾ ਰੇਲਵੇ ਮਿਨਿਸਟਰ ਵੀ ਹੈ ਤਨਮਨਜੀਤ ਸਿੰਘ, ਠੀਕ ਹੈ, ਉਹ ਵੀ ਕੋਈ ਨਾ ਕੋਈ ਕਰੇਗਾ, ਇੱਕ ਉਹ ਰਿਫਲੈਕਟ ਕਰਦਾ ਪੂਰੀ ਪੰਜਾਬੀ ਕਮਿਊਨਿਟੀ ਦੇ ਉੱਤੇ। ਬਾਈਡਨ ਦਾ ਇੱਕ ਨਵਾਂ ਅਜੇ ਬਾਂਗਾ ਨਾਮ ਦਾ ਕੈਬਨਿਟ ਮਿਨਿਸਟਰ ਕਹਿ ਲਈਏ, ਵਰਲਡ ਬੈਂਕ ਦਾ ਪ੍ਰੈਜ਼ੀਡੈਂਟ ਹੋ ਗਿਆ ਉਹ, ਠੀਕ ਹੈ। ਅਤੇ ਹੋਪਫੁਲੀ ਉਹਨੂੰ ਵੀ ਪੋਜੀਸ਼ਨ ਇਸ ਲਈ ਹੀ ਮਿਲੀ ਕਿਉਂਕਿ ਉਹ ਬਹੁਤ ਜ਼ਿਆਦਾ ਸਕਿੱਲਫੁਲ ਹੈ ਆਪਣੀ ਫੀਲਡ ਦੇ ਵਿੱਚ। ਚਲੋ ਇਹ ਤਾਂ ਲੀਡਰਾਂ ਦੀ ਗੱਲ ਰਹਿ ਗਈ, ਪੋਲੀਟਿਕਸ ਦੀ ਗੱਲ ਰਹਿ ਗਈ। ਫਿਰ ਸਿੱਧੂ ਮੂਸੇਵਾਲਾ ਗਾਣਿਆਂ ਨਾਲ ਭਾਵੇਂ ਮੈਂ ਐਗਰੀ ਨਾ ਕਰਾਂ, ਬਟ ਉਹਦਾ ਮਿਊਜ਼ਿਕ ਬਹੁਤ ਵਧੀਆ ਸੀ, ਠੀਕ ਹੈ। ਉਹਨੇ ਆਪਾਂ ਨੂੰ ਇੱਕ ਆਈਡੈਂਟੀਫਿਕੇਸ਼ਨ ਦਿੱਤੀ, ਜਾਂ ਉਹ ਰਿਪਰੈਜ਼ੈਂਟ ਉਹਨੇ ਪੰਜਾਬੀ ਕਮਿਊਨਿਟੀ ਨੂੰ ਕੀਤਾ। ਫਿਰ ਦਿਲਜੀਤ ਸਿੰਘ ਨੇ ਕੋਚੇਲਾ ਦੇ ਵਿੱਚ, ਦੋਸਾਂਝ ਨੇ ਕੋਚੇਲਾ ਦੇ ਵਿੱਚ ਪਰਫੋਰਮੈਂਸ ਦਿੱਤੀ, ਅਤੇ ਉਹ ਵੀ ਇੱਕ ਬੜਾ ਵਧੀਆ ਫੈਕਟਰ ਮੈਂ ਕਹਿ ਲਵਾਂ ਕਿ ਇੰਡੀਅਨਸ ਨੂੰ ਜਾਂ ਪੰਜਾਬੀਜ਼ ਨੂੰ ਰਿਪਰੈਜ਼ੈਂਟ ਕਰਨ ਦਾ। ਹੁਣ ਤੱਕ ਸਾਨੂੰ ਸੀਰੀਅਸਲੀ ਨਹੀਂ ਸੀ ਲਿਆ ਜਾਂਦਾ, ਭਾਵੇਂ ਉਹ ਇੰਡੀਅਨਸ ਨੇ ਭਾਵੇਂ ਉਹ ਪੰਜਾਬੀ ਨੇ। ਬਟ ਬੋਲੀਵੁੱਡ ਦੇ ਵਿੱਚ ਕੁਛ ਸੀਰੀਅਸ ਰੋਲਸ ਹੁਣ ਸਰਦਾਰਾਂ ਦੇ ਹੋਣ ਲੱਗ ਪਏ ਨੇ, ਅਤੇ ਇੰਟਰਨੈਸ਼ਨਲ ਲੈਵਲ ਦੇ ਵਿੱਚ ਇੰਡੀਅਨਸ ਨੂੰ ਇੱਕ ਸੀਰੀਅਸ ਤਰੀਕੇ ਨਾਲ ਦੇਖਿਆ ਜਾ ਰਿਹਾ। ਹੁਣ ਜੇ ਰੀਸੈਂਟ ਵਿਜ਼ਿਟ ਦੇਖੀਏ ਮੋਦੀ ਦੀ US ਦੇ ਵਿੱਚ, ਠੀਕ ਹੈ, ਹਾਂ, ਪੋਲੀਟੀਕਲ ਚੀਜ਼ਾਂ ਬਹੁਤ ਹੁੰਦੀਆਂ ਨੇ, ਆਪਾਂ ਮੋਦੀ ਨਾਲ ਐਗਰੀ ਕਰੀਏ ਜਾਂ ਨਾ ਕਰੀਏ। ਮੈਂ ਕਦੇ ਵੀ ਇੱਦਾਂ ਨਹੀਂ ਦੇਖਿਆ ਕਿ ਮੋਦੀ ਅਮਰੀਕਾ ਦੇ ਵਿੱਚ ਗਿਆ। ਮੈਂ ਹਮੇਸ਼ਾ ਇਹੀ ਦੇਖਿਆ ਕਿ
ਇੰਡੀਆ ਉੱਦਾਂ ਦੀ ਪੋਜੀਸ਼ਨ ਦੇ ਉੱਤੇ ਪਹੁੰਚ ਗਿਆ ਕਿ ਹਰੇਕ ਇੰਟਰਨੈਸ਼ਨਲ ਲੀਡਰ ਚਾਹੁੰਦਾ ਹੈ ਕਿ ਇੰਡੀਆ ਦੇ ਨਾਲ ਦੋਸਤੀ ਕੀਤੀ ਜਾਵੇ। ਠੀਕ ਹੈ, ਰਸ਼ੀਆ ਦੇ ਟਾਈ ਅਪ ਹੋ ਗਏ, ਫਿਰ ਅਮਰੀਕਾ ਵੀ ਹੁਣ ਬਹੁਤ ਜ਼ਿਆਦਾ ਲੱਲੋ ਪੱਪੋ ਕਰ ਰਿਹਾ ਇੰਡੀਆ ਦੇ ਨਾਲ ਕਿ ਇੰਡੀਆ ਦੀ ਫਰੈਂਡਸ਼ਿਪ ਸਾਨੂੰ ਮਿਲੇ। ਠੀਕ ਹੈ, ਕਿਉਂਕਿ ਬਹੁਤ ਤਗੜੀ ਮਾਰਕੀਟ ਇੰਡੀਆ ਬਣਦਾ ਜਾ ਰਿਹਾ, ਇੱਕ ਨਿਊਕਲੀਅਰ ਪਾਵਰ ਵੀ ਹੈ ਅਤੇ ਬਹੁਤ ਜ਼ਿਆਦਾ ਇੰਡੀਪੈਂਡੈਂਟ ਹੈ ਐਕਸਪੋਰਟ ਅਤੇ ਇੰਪੋਰਟ ਤੋਂ। ਠੀਕ ਹੈ, ਜ਼ਿਆਦਾ ਚੀਜ਼ਾਂ ਦੇ ਉੱਤੇ ਆਪਾਂ ਰਿਲਾਈ ਨਹੀਂ ਕਰਦੇ, ਦੂਜੀਆਂ ਕੰਟਰੀਆਂ ਦੇ ਉੱਤੇ ਰਿਲਾਈ ਨਹੀਂ ਕਰਦੇ। ਇੰਡੀਆ ਬਹੁਤ ਜ਼ਿਆਦਾ ਇਸ ਚੀਜ਼ਾਂ ਤੋਂ ਇੰਡੀਪੈਂਡੈਂਟ ਹੈ। ਇੰਟਰਨਲ ਪੋਲੀਟਿਕਸ ਉਹ ਇੱਕ ਅਲੱਗ ਇਸ਼ੂ ਹੈ। ਠੀਕ ਹੈ, ਉਹ 'ਤੇ ਕੰਮ ਹੁੰਦਾ ਪਿਆ, ਹੋਪਫੁਲੀ ਲੀਡਰ ਚੇਂਜ ਹੋਣਗੇ ਇੰਡੀਆ ਦੇ, ਕੋਈ ਵਧੀਆ ਲੀਡਰ ਆਏਗਾ। ਬਟ ਜੋ ਪੋਜੀਸ਼ਨ ਇੰਟਰਨੈਸ਼ਨਲ ਲੈਵਲ 'ਤੇ ਵੇ ਇੰਡੀਆ ਦੀ, ਉਹ ਇੱਕ ਬੜੀ ਵਧੀਆ ਪੋਜੀਸ਼ਨ ਹੈ ਅਤੇ ਮੈਂ ਹਮੇਸ਼ਾ ਉਹ ਪੋਜੀਸ਼ਨ ਦਾ ਫੈਨ ਆ ਕਿ ਆਪਾਂ ਹੌਲੀ ਹੌਲੀ ਉੱਪਰ ਵੱਧਦੇ ਜਾ ਰਹੇ ਹਾਂ। ਜੋ ਵੀ ਟਰੈਂਡ ਸੈੱਟ ਕੀਤੇ ਗਏ ਸੀ, ਜੋ ਵੀ ਪ੍ਰੋਜੈਕਸ਼ਨ ਹੋਈ ਸੀ ਇੰਡੀਆ ਬਾਰੇ ਕਿ ਯਾਰ ਇੰਡੀਆ 2050 2060 ਤੱਕ ਇੱਕ ਵਰਲਡ ਪਾਵਰ ਬਣੇਗਾ, ਉਹ ਪੋਜੀਸ਼ਨ ਵੱਲ ਆਪਾਂ ਜਾਂਦੇ ਪਏ ਹਾਂ। ਜੋ ਪ੍ਰੋਗਰੈਸ ਹੈ ਵਧੀਆ, ਉਹ ਘਟੀਆ ਨਹੀਂ। ਬਟ ਫਿਰ ਵੀ ਕਦੀ ਨਾ ਕੁਛ ਚੀਜ਼ਾਂ ਇੱਦਾਂ ਦੀਆਂ ਹੁੰਦੀਆਂ ਕਿ ਉਹਨੂੰ ਦੇਖ ਕੇ ਮੈਂ ਫੀਲ ਕਰਦਾ ਇੱਦਾਂ ਨਹੀਂ ਹੋਣਾ ਚਾਹੀਦਾ। ਠੀਕ ਹੈ, ਜਿੱਦਾਂ ਕਿ ਜਦੋਂ ਆਪਣੀ ਰਿਪਰੈਜ਼ੈਂਟੇਸ਼ਨ ਦੀ ਗੱਲ ਆਉਂਦੀ ਹੈ, ਇੱਥੇ ਮੈਂ ਨਾ 2 ਚੀਜ਼ਾਂ ਦੀ ਮੈਂ ਗੱਲ ਕਰਾਂਗਾ ਅੱਜ ਖਾਸ। ਠੀਕ ਹੈ, ਛੋਟੀਆਂ ਜਿਹੀਆਂ ਚੀਜ਼ਾਂ ਨੇ ਬਟ ਫਿਰ ਵੀ ਬਹੁਤ ਚੀਜ਼ਾਂ ਉਹਦੇ ਨਾਲ ਇੰਪੈਕਟ ਹੁੰਦੀਆਂ ਨੇ। ਪਹਿਲੀ ਚੀਜ਼ ਮੈਂ ਬੜੀ ਨੋਟਿਸ ਕੀਤੀ, ਤਾਂ ਮੈਂ ਦਿਲਜੀਤ ਦੋਸਾਂਝ ਦੀ ਪਹਿਲਾਂ ਵੀ ਮੈਂ ਗੱਲ ਕੀਤੀ ਕਿ ਠੀਕ ਹੈ ਉਹਨੇ ਆਪਾਂ ਨੂੰ ਰਿਪਰੈਜ਼ੈਂਟ ਕੀਤਾ ਕੋਚੈਲਾ ਦੇ ਵਿੱਚ, ਉਹ ਬੜੀ ਵਧੀਆ ਚੀਜ਼ ਹੈ। ਬਟ ਮੈਂ ਨਾ MH1 'ਤੇ ਉਹਦੇ ਪਹਿਲੇ ਇੰਟਰਵਿਊ ਦੇਖਦਾ ਹੁੰਦਾ ਸੀ, ਕਿਉਂਕਿ ਡਿਸ਼ TV ਜਦੋਂ ਨਵੇਂ ਆਏ MH1 ਚੱਲਦਾ ਹੁੰਦਾ ਸੀ ਅਤੇ ਉਹਦੇ ਇੰਟਰਵਿਊ ਦੇਖਣੇ ਤਾਂ ਬੜਾ ਵਧੀਆ ਲੱਗਣਾ ਮੈਨੂੰ। ਉਹਨੇ ਕਹਿਣਾ ਕਿ ਯਾਰ ਮੈਨੂੰ ਨਾ ਬੜੇ ਜਾਣਿਆਂ ਨੇ ਕਿਹਾ ਕਿ ਵਾਲ ਕਟਵਾ ਲਾ ਬਟ ਮੈਂ ਨਹੀਂ ਵਾਲ ਕਟਵਾਉਣੇ ਅਤੇ ਮੈਂ ਪੱਗ ਬੰਨ੍ਹ ਕੇ ਹੀ ਆਪਣੇ ਕਰੀਅਰ ਨੂੰ ਅੱਗੇ ਵਧਾਉਣਾ। ਠੀਕ ਹੈ, ਵਾਲ ਕਟਾਵੇ ਜਾਂ ਨਾ ਕਟਾਵੇ ਉਹਦੀ ਇੱਕ ਪਰਸਨਲ ਚੋਇਸ ਹੈ। ਠੀਕ ਹੈ, ਅਗਰ ਵਾਲ ਕਟਾ ਕੇ ਵੀ ਆਉਂਦਾ ਮੈਨੂੰ ਕੋਈ ਮੈਟਰ ਨਹੀਂ ਕਰਦਾ, ਅਗਰ ਪੱਗ ਵੀ ਬੰਨ੍ਹਦਾ ਮੈਟਰ ਨਹੀਂ ਕਰਦਾ। ਬਟ ਜਦੋਂ ਤੁਸੀਂ ਕਹਿ ਦਿੰਦੇ ਹੋ ਕਿ ਯਾਰ ਮੈਂ ਇੱਕ ਸਰਦਾਰ ਹਾਂ, ਠੀਕ ਹੈ, ਮੈਂ ਸਰਦਾਰ ਰਹਿ ਕੇ ਕਰੀਅਰ ਨੂੰ ਵਧਾਉਣਾ, ਤੁਸੀਂ ਨਾ ਇੱਕ ਕਮਿਊਨਿਟੀ ਦੇ ਕਾਈਂਡ ਆਫ ਲੀਡਰ ਜੇ ਬਣ ਜਾਂਦੇ ਹੋ ਅਤੇ ਉਹ ਕਮਿਊਨਿਟੀ ਨੂੰ ਤੁਸੀਂ ਰਿਪਰੈਜ਼ੈਂਟ ਕਰਦੇ ਹੋ। ਠੀਕ ਹੈ, ਤੁਸੀਂ ਉਹ ਅੰਡਰਟੇਕ ਕਰ ਲਈ ਚੀਜ਼ ਆਪਣੇ ਅੰਡਰ। ਬਟ ਉਦੋਂ ਜਦੋਂ ਮੈਂ ਇੰਟਰਵਿਊ ਦੇ ਦੇਖੇ ਬੜੇ ਵਧੀਆ ਸੀ ਅਤੇ ਨਾ ਬੜਾ ਹੁਣ ਪੁਰਾਣੇ ਇੰਟਰਵਿਊ ਦੇਖਣਾ ਥੋੜ੍ਹਾ ਐਕਸੈਂਟ ਮਾਰਦਾ, ਟਰਬਨ ਬੰਨ੍ਹਦਾ ਵਾਂ ਟਰਬਨ। ਠੀਕ ਹੈ, ਉਦੋਂ ਨਾ ਇੱਦਾਂ ਦਾ ਉਹਦਾ ਐਕਸੈਂਟ ਹੁੰਦਾ ਸੀ। ਬਟ ਜਿੱਦਾਂ ਉਹਦਾ ਐਵੋਲਿਊਸ਼ਨ ਹੋਇਆ, ਦੇਖੋ ਉਹਦੇ ਹਾਰਡ ਵਰਕ ਦੇ ਅਗੇਂਸਟ ਕੋਈ ਚੀਜ਼ ਨਹੀਂ। ਠੀਕ ਹੈ, ਉਹਨੇ ਹਾਰਡ ਵਰਕ ਕੀਤਾ, ਜਿੱਥੇ ਵੀ ਪਹੁੰਚਿਆ ਉਹ ਵਧੀਆ ਗੱਲ ਹੈ। ਬਟ ਅਗਰ ਉਹ ਪੁਰਾਣੇ ਇੰਟਰਵਿਊ ਨੂੰ ਅੱਜ ਦੇ ਇੰਟਰਵਿਊਜ਼ ਦੇ ਨਾਲ ਤੁਸੀਂ ਕੰਪੇਅਰ ਕਰੋ ਨਾ, ਬੜੀਆਂ ਸਟੂਪਿਡ ਜਿਹੀਆਂ ਚੀਜ਼ਾਂ ਉਹ ਕਰਦਾ ਜੋ ਮੈਨੂੰ ਨਹੀਂ ਪਸੰਦ। ਇਨ ਦਾ ਸੈਂਸ ਕਿ ਅਗਰ ਇੰਟਰਨੈਸ਼ਨਲ ਸਟਾਰ ਤੂੰ ਹੁਣ ਬਣ ਚੁੱਕਾ ਹੈ, ਠੀਕ ਹੈ, ਹੁਣ ਪੂਰੇ ਪੰਜਾਬ ਨੂੰ ਤੂੰ ਕਾਈਂਡ ਆਫ ਪਹਿਲਾ ਪੰਜਾਬੀ ਸੀ ਜਿਹਨੇ ਕੋਚੈਲਾ ਦੇ ਵਿੱਚ ਆਪਾਂ ਨੂੰ ਰਿਪਰੈਜ਼ੈਂਟ ਕੀਤਾ ਜਾਂ ਗਾਇਆ, ਬਟ ਉਹ ਸਟੂਪਿਡ ਜੀਆਂ ਹਰਕਤਾਂ ਕਰਨੀਆਂ, ਜਿੱਦਾਂ ਨਾ ਅੰਗਰੇਜ਼ੀ ਉਹਦੀ ਕਹਿ ਲਓ ਕਿ ਮੇਰੀ ਜੀ ਅੰਗਰੇਜ਼ੀ ਬੜੀ ਟੁੱਟੀ ਫੁੱਟੀ ਹੈ। ਠੀਕ ਹੈ, ਹੁਣ ਵਰਲਡ ਲੀਡਰ ਤੁਸੀਂ ਦੇਖਦੇ ਹੋ ਨਾ, ਹੁਣ ਮੋਦੀ ਉਹਦੀ ਅੰਗਰੇਜ਼ੀ ਖਾਸ ਨਹੀਂ ਇੰਨੀ, ਉਹ ਹਿੰਦੀ 'ਚ ਗੱਲ ਕਰਦਾ। ਠੀਕ ਹੈ, ਉਹਨੂੰ ਐਜ਼ ਏ ਲੀਡਰ ਦੇਖਿਆ ਜਾਂਦਾ, ਆਪਣੀ ਲੈਂਗੁਏਜ ਨੂੰ ਰਿਪਰੈਜ਼ੈਂਟ ਕਰਦਾ, ਉਹ ਹਿੰਦੀ ਬੋਲਦਾ, ਟਰਾਂਸਲੇਸ਼ਨ ਉਹਦੇ ਨਾਲ ਹੁੰਦੀ ਹੈ। ਪ੍ਰੈਜ਼ੀਡੈਂਟ ਸ਼ੀ ਕਹਿ ਲਈਏ, ਚਾਈਨਾ ਦਾ ਹੋ ਗਿਆ ਪ੍ਰੈਜ਼ੀਡੈਂਟ, ਉਹ ਚਾਈਨੀਜ਼ ਬੋਲਦਾ। ਠੀਕ ਹੈ, ਅਤੇ ਉਹਦੀ ਟਰਾਂਸਲੇਸ਼ਨ ਹੁੰਦੀ ਹੈ। ਜਿਹੜਾ ਵੀ ਬੰਦਾ ਉਹਨੂੰ ਸੁਣਨਾ ਚਾਹੁੰਦਾ ਉਹ ਆਪਣਾ ਟਰਾਂਸਲੇਟਰ ਨਾਲ ਲੈ ਕੇ ਆਏ। ਠੀਕ ਹੈ, ਕਾਈਂਡ ਆਫ ਰੂਲ ਆਫ ਥੰਬ। ਫਿਰ ਹੁਣ ਪੁਤਿਨ ਦੀ ਗੱਲ, ਉਹ ਰਸ਼ੀਆ ਨੂੰ ਰਿਪਰੈਜ਼ੈਂਟ ਕਰਦਾ, ਰਸ਼ੀਅਨ ਬੋਲਦਾ, ਟਰਾਂਸਲੇਟਰ ਨਾਲ ਹੁੰਦਾ। ਅਗਰ ਤੁਸੀਂ ਇੰਨੇ ਮੈਗਾ ਸਟਾਰ ਹੋ ਚੁੱਕੇ ਹੋ, ਠੀਕ ਹੈ, ਹਮੇਸ਼ਾ ਉਹ ਵਾਰ-ਵਾਰ ਚੀਜ਼ ਮੇਰੀ ਅੰਗਰੇਜ਼ੀ ਹੀ ਮੇਰੀ ਅੰਗਰੇਜ਼ੀ, ਉਹ ਵਾਰ-ਵਾਰ ਕਹਿਣਾ ਜ਼ਰੂਰੀ ਨਹੀਂ ਕਾਈਂਡ ਆਫ। ਠੀਕ ਹੈ, ਉੱਥੇ ਮੈਨੂੰ ਬੜਾ ਨਾ ਬੈਡ ਜਿਹਾ ਫੀਲ ਹੁੰਦਾ ਜਦੋਂ ਤੁਸੀਂ TV 'ਤੇ ਬੈਠੇ ਹੋ, ਠੀਕ ਹੈ, ਪੰਜਾਬੀਆਂ ਨੂੰ ਰਿਪਰੈਜ਼ੈਂਟ ਕਰਦੇ ਪਏ ਹੋ ਅਤੇ ਉੱਥੇ ਹੀ ਮੇਰੀ ਅੰਗਰੇਜ਼ੀ। ਠੀਕ ਹੈ, ਉਹ ਬੜੀ ਨਾ ਮੈਨੂੰ ਚੀਜ਼ ਲੱਗਦੀ ਯਾਰ, ਰੀਅਲੀ ਅੰਗਰੇਜ਼ੀ ਬੋਲਣਾ ਨਾ ਇੱਕ ਸਿਰਫ ਟੂਲ ਹੈ, ਉਹ ਜ਼ਿਆਦਾ ਇੰਨਾ ਖਾਸ ਨਹੀਂ। ਅਗਰ ਤੁਹਾਨੂੰ ਇਹ ਸਕਿੱਲ ਆਉਂਦਾ ਹੈ ਨਾ, ਦੈਟ ਇਜ਼ ਵੈਲ ਐਂਡ ਗੁੱਡ, ਖਾਸ ਕਰ ਇੱਕ ਮਿਡਲ ਕਲਾਸ ਘਰ 'ਚੋਂ ਆਉਣਾ। ਠੀਕ ਹੈ, ਅਗਰ ਤੁਹਾਨੂੰ ਅੰਗਰੇਜ਼ੀ ਆਉਂਦੀ ਹੈ, ਉਹ ਤੁਹਾਨੂੰ ਨਾ ਬੜੀਆਂ ਚੀਜ਼ਾਂ ਦੀ ਐਕਸੈਸ ਦਿੰਦੀ ਹੈ। ਬਟ ਜਦੋਂ ਤੁਸੀਂ ਆਲਰੇਡੀ ਇੰਨੇ ਤਗੜੇ ਸੁਪਰਸਟਾਰ ਹੋ ਚੁੱਕੇ ਹੋ, ਐਕਸੈਸ ਦੀ ਲੋੜ ਸ਼ਾਇਦ ਤੁਹਾਨੂੰ ਨਹੀਂ।
ਜ਼ਿਆਦੀਆਂ ਚੀਜ਼ਾਂ ਦੀ, ਠੀਕ ਹੈ। ਚੀਜ਼ਾਂ ਤੁਹਾਡੇ ਕੋਲ ਆਉਂਦੀਆਂ ਪਈਆਂ ਨੇ, ਅਗਰ ਤੁਸੀਂ ਪੰਜਾਬੀ ਹੀ ਬੋਲਣੀ ਹੈ ਨਾ ਉਹਦੇ ਵਿੱਚ ਕੋਈ ਦਿੱਕਤ ਨਹੀਂ, ਪਰ ਵਾਰ-ਵਾਰ ਕਹਿਣਾ ਕਿ ਮੈਂ ਬੜਾ ਸਟੂਪਿਡ ਹਾਂ, ਮੈਨੂੰ ਤਾਂ ਅੰਗਰੇਜ਼ੀ ਆਉਂਦੀ ਨਹੀਂ। ਹੁਣ ਆਮ ਪ੍ਰੀਟੀ ਸ਼ੋਰ ਕਿੰਨੀ ਵਾਰੀ ਉਹ ਇੰਡੀਆ ਤੋਂ ਬਾਹਰ ਗਿਆ ਹੋਵੇਗਾ, ਸ਼ਾਇਦ ਇੰਡੀਆ ਦੇ ਬਾਹਰ ਵੀ ਉਹਦੇ ਘਰ ਹੋਣਗੇ, ਕੈਲੀਫੋਰਨੀਆ ਦੇ ਵਿੱਚ ਵੀ ਉਹਦੇ ਘਰ ਹੋਣਗੇ। ਅਤੇ ਜਦੋਂ ਤੁਸੀਂ ਬਾਹਰ ਆ ਜਾਂਦੇ ਹੋ ਨਾ, ਤੁਸੀਂ ਭਾਸ਼ਾ ਤਾਂ ਉੱਦਾਂ ਹੀ ਨੋਰਮਲੀ ਪਿਕ ਕਰ ਹੀ ਲੈਂਦੇ ਹੋ, ਹੈਲੋ ਹਾਏ ਤੇ ਕਰ ਹੀ ਲੈਂਦੇ ਹੋ, ਓਕੇ ਬਾਏ ਤੇ ਕਰ ਹੀ ਲੈਂਦੇ ਹੋ, ਹਾਊ ਆਰ ਯੂ ਬੋਲ ਹੀ ਲੈਂਦੇ ਹੋ, ਠੀਕ ਹੈ। ਨੋਰਮਲ ਸੈਂਟੈਂਸ ਬਣਾਉਣੇ ਕਰ ਹੀ ਲੈਂਦੇ ਹੋ। ਇੱਕ ਨਾ ਇੰਟਰਵਿਊ ਪਤਾ ਨਹੀਂ, ਠੀਕ ਹੈ, ਉਹਨੂੰ ਨਾ ਐਜ਼ ਏ ਮਾਰਕੀਟਿੰਗ ਸੋਸ਼ਲ ਮੀਡੀਆ ਨੂੰ ਬਹੁਤ ਵਧੀਆ ਤਰੀਕੇ ਨਾਲ ਯੂਜ਼ ਕਰਦਾ, ਬਟ ਕਦੀ ਕਦੀ ਪਤਾ ਨਹੀਂ ਕਿਹੜੀ ਐਪ ਹੈ ਕਿ ਤੁਸੀਂ ਰੈਂਡਮਲੀ ਤੁਸੀਂ ਕਿਸੇ ਨੂੰ ਵੀ ਗੱਲ ਫੋਨ ਲਾ ਲੈਂਦੇ ਹੋ, ਅਤੇ ਇੱਦਾਂ ਹੀ ਉਹ ਗੱਲ ਕਰਦਾ ਨਾ ਕਿਸੇ ਬ੍ਰਾਜ਼ੀਲੀਅਨ ਕੁੜੀ ਨਾਲ ਉਹਦਾ ਫੋਨ ਲੱਗ ਗਿਆ। ਕਲਿੱਪ ਮੈਂ ਦੇਖਦਾ ਪਿਆ ਸੀ, ਉਹਦੇ ਨਾਲ ਬੜੇ ਦਿਹਾਤੀ ਤਰੀਕੇ ਨਾਲ ਗੱਲ ਹੋਈ, ਉਹ ਹਾਏ ਹੈਲੋ ਵਿੱਚੇ ਪੰਜਾਬੀ, ਕਿ ਮੈਨੂੰ ਤਾਂ ਹੁਣ ਅੰਗਰੇਜ਼ੀ ਦਾ ਹਾਏ ਹੈਲੋ ਵੀ ਨਹੀਂ ਆਉਂਦਾ, ਅਤੇ ਫੋਨ ਜਦੋਂ ਕੱਟਣ ਦੀ ਗੱਲ ਹੈ ਕਿ ਮੈਂ ਕੱਟਾਂ ਕਿੱਦਾਂ ਫੋਨ। ਰੀਲੀ ਸੋਸ਼ਲ ਮੀਡੀਆ ਇਨਫਲੂਐਂਸਰ ਹੈ ਤੂੰ, ਇੰਨਾ ਤਗੜਾ ਸਿੰਗਰ ਹੈ ਤੂੰ, ਤੈਨੂੰ ਇਹ ਨਹੀਂ ਪਤਾ ਕਿ ਕਿਸੇ ਲਾਈਵ ਸਟਰੀਮ ਨੂੰ ਬੰਦ ਕਿੱਦਾਂ ਕਰਨਾ। ਲਾਈਵ ਸਟਰੀਮ ਤੂੰ ਲਾ ਲਈ ਹੈ, ਬਟ ਉਹਨੂੰ ਬੰਦ ਕਿੱਦਾਂ ਕਰਨਾ ਉਹ ਨਹੀਂ ਪਤਾ, ਠੀਕ ਹੈ। ਇੱਦਾਂ ਦੀਆਂ ਜੋ ਬਚਕਾਨਾ ਦੀਆਂ ਹਰਕਤਾਂ ਨੇ ਨਾ, ਉਹ ਨਹੀਂ ਮੈਨੂੰ ਵਧੀਆ ਲੱਗਦੀਆਂ। ਅਗੇਨ ਕਿਸੇ ਵੀ ਬੰਦੇ ਦੀ ਕੋਈ ਵੀ ਪਰਸਨਲ ਚੋਇਸ ਹੋ ਸਕਦੀ ਹੈ, ਅਗਰ ਉਹਨੇ ਜਿੱਦਾਂ ਵੀ ਬਿਹੇਵ ਕਰਨਾ, ਐਜ਼ ਏ ਜੋਕਰ ਤੁਸੀਂ ਬਿਹੇਵ ਕਰਨਾ ਨਾ, ਦੈਟਸ ਓਕੇ, ਦੈਟਸ ਯੋਰ ਪਰਸਨਲ ਚੋਇਸ, ਠੀਕ ਹੈ। ਬਟ ਜੇ ਤੁਸੀਂ ਇੰਟਰਨੈਸ਼ਨਲ ਲੈਵਲ 'ਤੇ ਹੋ, ਇੱਕ ਕਮਿਊਨਿਟੀ ਨੂੰ ਜਦੋਂ ਤੁਸੀਂ ਸਟਾਰਟ ਕੀਤਾ ਆਪਣਾ ਕਰੀਅਰ ਇਹ ਕਹਿ ਕੇ ਕਿ ਯਾਰ ਮੈਂ ਵਾਲ ਨਹੀਂ ਕਟਾਉਣੇ ਕਿਉਂਕਿ ਮੈਂ ਇਹ ਚੀਜ਼ ਨੂੰ ਅੱਗੇ ਰੱਖ ਕੇ ਆਪਣਾ ਕਰੀਅਰ ਦੀ ਪ੍ਰੋਗਰੈਸ਼ਨ ਕਰਨੀ ਹੈ, ਬਟ ਉਹੀ ਚੀਜ਼ ਜਦੋਂ ਤੁਸੀਂ ਕਰਕੇ ਇੱਦਾਂ ਦੀਆਂ ਜੋਕਰ ਵਾਲੀਆਂ ਹਰਕਤਾਂ ਕਰਦੇ ਹੋ ਨਾ, ਉਹ ਮੈਨੂੰ ਲੱਗਦਾ ਕਿ ਯਾਰ ਜਿੰਨੀ ਸੀਰੀਅਸ ਪੋਜੀਸ਼ਨ ਆਪਣੀ ਇਹ ਹੁਣ ਬਣਦੀ ਪਈ ਨਾ, ਜਿੰਨੇ ਸੀਰੀਅਸਲੀ ਲੋਕੀ ਆਪਾਂ ਨੂੰ ਲੈਂਦੇ ਪਏ ਨੇ ਬਾਲੀਵੁੱਡ ਦੇ ਵਿੱਚ ਵੀ, ਕਿ ਯਾਰ ਇਹ ਜੋ ਕਮਿਊਨਿਟੀ ਹੈ ਨਾ ਬਹੁਤ ਸੀਰੀਅਸ। ਜਿੱਦਾਂ ਕੈਟ ਆਇਆ ਸੀ ਨਾ, ਉਹ ਹੁਡਾ ਨਾਮ ਦਾ ਜਿਹੜਾ ਐਕਟਰ ਹੈ, ਉਹਨੇ ਬੜੇ ਵਧੀਆ ਨਾ ਇੰਟਰਵਿਊ ਦੇ ਵਿੱਚ ਕਿਹਾ, ਕਹਿੰਦਾ ਯਾਰ ਸਿੱਖ ਲੋਕ ਬੜੇ ਸੀਰੀਅਸ ਲੋਕ ਨੇ, ਜਿੱਦਾਂ ਇਹਨਾਂ ਨੂੰ ਰਿਪਰਜੈਂਟ ਬਾਲੀਵੁੱਡ ਦੇ ਵਿੱਚ ਕੀਤਾ ਗਿਆ ਨਾ, ਉੱਦਾਂ ਰਿਪਰਜੈਂਟ ਨਹੀਂ, ਇੱਦਾਂ ਦੇ ਬੰਦੇ ਨਹੀਂ ਆ, ਠੀਕ ਹੈ। ਖੁਸ਼ ਨੇ, ਦਿਲਦਾਰ ਨੇ, ਬਟ ਸੀਰੀਅਸ ਬੰਦੇ ਵੀ ਨੇ, ਜਿੱਦਾਂ ਵੀ ਜੋਕਰ ਵਾਂਗੂ ਨੂੰ ਦਿਖਾਇਆ ਗਿਆ ਨਾ, ਉੱਦਾਂ ਉਹ ਰਿਐਲਿਟੀ ਨਹੀਂ। ਬਟ ਸਾਡੇ ਜੋ ਕੁਛ ਗਿਣੇ ਚੁਣਵੇਂ ਇੰਟਰਨੈਸ਼ਨਲ ਸਟਾਰ ਹੈ, ਉਹੀ ਇੱਦਾਂ ਦੀ ਹਰਕਤ ਕਰਨ, ਫਿਰ ਅਗਰ ਬਾਲੀਵੁੱਡ ਆਪਾਂ ਨੂੰ ਜੋਕਰ ਵਾਂਗੂ ਦਿਖਾਏ ਤਾਂ ਫਿਰ ਉਹ ਫਿਰ ਬਾਲੀਵੁੱਡ ਦਾ ਕਸੂਰ ਥੋੜ੍ਹੀ ਹੈ, ਠੀਕ ਹੈ। ਅਗੇਨ ਮੈਂ ਕਹਾਂ ਕਿਸੇ ਵੀ ਬੰਦੇ ਦੀ ਪਰਸਨਲ ਚੋਇਸ ਹੋ ਸਕਦੀ, ਪਰਸਨਲ ਲਾਈਫ ਦੇ ਵਿੱਚ ਜੋ ਮਰਜ਼ੀ ਕਰੋ ਯਾਰ, ਵੀ ਡੋਂਟ ਕੇਅਰ। ਅਗਰ ਤੁਸੀਂ ਜੋਕਰ ਹੋ, ਤੁਸੀਂ ਸਰਦਾਰ ਹੋ, ਮੋਨੇ ਹੋ, ਘੋਨੇ ਹੋ, ਘਰ ਦੇ ਵਿੱਚ ਜੋਕਰ ਵਾਂਗੂ ਬਿਹੇਵ ਕਰਨਾ, ਜਨਾਨੀ ਵਾਂਗੂ ਬਿਹੇਵ ਕਰਨਾ, ਠੀਕ ਹੈ, ਬੰਦਿਆਂ ਵਾਂਗੂ ਬਿਹੇਵ ਕਰਨਾ, ਕਰੋ, ਵੀ ਡੋਂਟ ਗਿਵ ਅ ਫੱਕ। ਬਟ ਮੈਨੂੰ ਪ੍ਰੋਬਲਮ ਹੈ ਜਦੋਂ ਤੁਸੀਂ ਇੰਨੇ ਉੱਪਰਲੇ ਲੈਵਲ 'ਤੇ ਪਹੁੰਚ ਜਾਂਦੇ ਹੋ ਅਤੇ ਉੱਥੇ ਸਾਨੂੰ ਅੱਗੇ ਰੱਖ ਕੇ, ਆਪਣੇ ਆਪ ਨੂੰ ਅੱਗੇ ਰੱਖ ਕੇ, ਜਿੱਥੇ ਸਾਡੀ ਰਿਪਰਜੈਂਟੇਸ਼ਨ ਹੁੰਦੀ ਪਈ ਹੈ, ਉੱਥੇ ਤੁਸੀਂ ਇੱਦਾਂ ਦੀਆਂ ਹਰਕਤਾਂ ਕਰੋ ਅਤੇ ਉਹ ਨਹੀਂ ਵਧੀਆ ਲੱਗਦਾ ਮੈਨੂੰ, ਠੀਕ ਹੈ। ਇਹ ਮੇਰੀ ਓਪੀਨੀਅਨ ਹੈ। ਅਤੇ ਵਾਰ-ਵਾਰ ਦੱਸਣਾ ਕਿ ਕਿੰਨਾ ਮੈਂ ਪੇਂਡੂ ਸੀ, ਕਿ ਸਾਡਾ ਘਰ ਇੱਦਾਂ ਸੀ ਕਿ ਬਾਲਟੀ ਦੇ ਵਿੱਚ ਰੂਹ ਅਫਜ਼ਾ ਬਣਦਾ ਸੀ ਅਤੇ ਮੈਂ ਵੇਟ ਕਰਦਾ ਸੀ ਕਿ ਕਦੋਂ ਪ੍ਰਾਹੁਣੇ ਜਾਣਗੇ ਅਤੇ ਮੈਂ ਪੀਵਾਂਗਾ। ਜਸਟ ਡਜ਼ਨਟ ਲੁੱਕ ਨਾਈਸ ਮੈਨ, ਇਹ ਮੇਰੀ ਓਪੀਨੀਅਨ ਹੈ। ਅਤੇ ਮੈਂ ਨਾ ਉਹੀ ਨਾ ਜੋਰਡਨ ਪੀਟਰਸਨ ਨੂੰ ਫਿਰ ਮੈਂ ਕੋਟ ਕਰਾਂ, ਉਹ ਕਹਿੰਦਾ ਕਿ ਆਪਣੇ ਆਪ ਨੂੰ ਇੱਦਾਂ ਹੀ ਟਰੀਟ ਕਰਨਾ ਜਿੱਦਾਂ ਕਿ ਤੁਸੀਂ ਕਿਸੇ ਬੰਦੇ ਨੂੰ ਟਰੀਟ ਕਰਦੇ ਹੋ ਜਿਹਦੇ ਵਾਸਤੇ ਤੁਸੀਂ ਰਿਸਪੋਂਸੀਬਲ ਹੋ। ਜਿੱਦਾਂ ਕਿ ਤੁਸੀਂ ਆਪਣੇ ਬੱਚੇ ਨੂੰ ਟਰੀਟ ਕਰਦੇ ਹੋ ਨਾ, ਤੁਸੀਂ ਬੱਚੇ ਨੂੰ ਐਜ਼ ਏ ਖਿਡੌਣਾ ਟਰੀਟ ਨਹੀਂ ਕਰਦੇ, ਉਹਨੂੰ ਤੁਸੀਂ ਸੀਰੀਅਸਲੀ ਲੈਂਦੇ ਹੋ। ਆਪਣੇ ਪੇਰੈਂਟਸ ਨੂੰ ਤੁਸੀਂ ਜੋਕਰ ਵਾਂਗੂ ਟਰੀਟ ਨਹੀਂ ਕਰਦੇ, ਉਹਨਾਂ ਨੂੰ ਵੀ ਤੁਸੀਂ ਸੀਰੀਅਸਲੀ ਲੈਂਦੇ ਹੋ। ਅਤੇ ਆਪਣੇ ਆਪ ਨੂੰ ਤੁਸੀਂ ਉੱਦਾਂ ਹੀ ਟਰੀਟ ਕਰਨਾ ਸੀਰੀਅਸਲੀ ਲੈ ਕੇ। ਇੱਕ ਨਾ ਸਟੋਰੀ ਉਹਨਾਂ ਨੇ ਦੱਸੀ, ਕਹਿੰਦੇ ਕਦੀ ਕਦੀ ਨਾ ਤੁਸੀਂ ਆਪਣੇ ਆਪ ਨੂੰ ਸ਼ਿਟ ਵਾਂਗ ਟਰੀਟ ਕਰਦੇ ਹੋ, ਬਟ ਜਦੋਂ ਤੁਹਾਡੀ ਲਾਈਫ ਦੇ ਵਿੱਚ ਕੋਈ ਇੰਪੋਰਟੈਂਟ ਚੀਜ਼ ਆ ਜਾਵੇ ਨਾ, ਛੋਟੀ ਜਿਹੀ ਚੀਜ਼ ਆ ਜਾਵੇ। ਇੱਕ ਸਟੋਰੀ ਉਹਨਾਂ ਨੇ ਦੱਸੀ, ਕਹਿੰਦੇ ਕਿ ਇੱਕ ਨਾ ਕੁੜੀ ਬੜੀ ਜ਼ਿਆਦਾ ਡਿਪਰੈਸ ਸੀ, ਬਹੁਤ ਜ਼ਿਆਦਾ ਡਿਪਰੈਸ ਸੀ। ਉਹਦੀ ਇੱਕ ਆਈ ਥਿੰਕ ਕਲੀਨਿਕਲ ਪੇਸ਼ੈਂਟ ਕਹਿ ਲਈਏ ਡਾਕਟਰ ਜੋਰਡਨ ਪੀਟਰਸਨ ਦੀ। ਕਹਿੰਦਾ ਉਹ ਕੁੜੀ ਨਾ ਬੜੀ ਵਾਰੀ ਉਹਨੇ ਕੋਸ਼ਿਸ਼ ਕੀਤੀ ਆਪਣੀ ਜਾਨ ਲੈਣ ਦੀ, ਬੜੀ ਵਾਰੀ ਉਹਨੇ ਸੁਸਾਈਡ ਕਰਨ ਦੀ ਕੋਸ਼ਿਸ਼ ਕੀਤੀ। ਅਤੇ ਜੋਰਡਨ ਪੀਟਰਸਨ ਨੇ ਪੁੱਛਿਆ ਕਿ ਤੂੰ ਫਿਰ ਕੀਤਾ ਕਿਉਂ ਨਹੀਂ, ਅਗਰ ਸੁਸਾਈਡ ਕਰਨ ਦੀ ਤੂੰ ਸੋਚਦੀ ਸੀ ਬੜੀ ਵਾਰੀ, ਫਿਰ ਕੀਤਾ ਕਿਉਂ ਨਹੀਂ। ਕਹਿੰਦੀ ਕਿ ਮੇਰੀ ਨਾ ਇੱਕ ਬਿੱਲੀ ਹੈ, ਮੈਂ ਸੋਚਦੀ ਸੀ ਅਗਰ ਮੈਂ ਮਰ ਗਈ ਤਾਂ ਉਹਨੂੰ ਫੀਡ ਕੌਣ ਕਰੇਗਾ। ਕਹਿੰਦੀ ਮੈਂ ਉੱਠ ਰਹੀ ਸਵੇਰੇ ਸਵੇਰੇ ਸਿਰਫ ਉਹਨੂੰ ਫੀਡ ਕਰਨ ਵਾਸਤੇ, ਆਪਣੀ ਬਿੱਲੀ ਨੂੰ ਫੀਡ ਕਰਨ ਵਾਸਤੇ, ਠੀਕ ਹੈ।
ਉਹਨੂੰ ਫੀਲ ਹੋਇਆ ਕਿ ਯਾਰ ਉਹ ਬਿੱਲੀ ਵਾਸਤੇ ਮੈਂ ਰਿਸਪੌਂਸੀਬਲ ਹਾਂ। ਉਹ ਕੁੜੀ ਨੂੰ ਫੀਲ ਹੋਇਆ ਕਿ ਅਗਰ ਮੈਂ ਮਰ ਗਈ ਤਾਂ ਬਿੱਲੀ ਦੀ ਕੇਅਰ ਕੌਣ ਕਰੇਗਾ। ਅਤੇ ਰੂਲ ਆਫ ਥੰਬ ਇਹ 'ਚੋਂ ਸਿੱਟਾ ਇਹੀ ਨਿਕਲਦਾ ਕਿ ਆਪਣੇ ਆਪ ਨੂੰ ਤੁਸੀਂ ਇੱਦਾਂ ਹੀ ਟਰੀਟ ਕਰਨਾ ਕਿ ਤੁਸੀਂ ਆਪਣੇ ਵਾਸਤੇ ਰਿਸਪੌਂਸੀਬਲ ਹੋ। ਅਤੇ ਖਾਸ ਕਰ ਜਦੋਂ ਤੁਸੀਂ ਹਾਇਰਾਰਕੀ ਦੇ ਵਿੱਚ ਉੱਪਰ ਜਾਂਦੇ ਹੋ, ਰੈਂਕ ਦੇ ਵਿੱਚ ਉੱਪਰ ਜਾਂਦੇ ਹੋ, ਜਦੋਂ ਜਿੰਨੇ ਤੁਸੀਂ ਫੇਮਸ ਹੁੰਦੇ ਜਾਂਦੇ ਹੋ, ਉੱਪਰ ਜਾਂਦੇ ਹੋ, ਯੂ ਹੈਵ ਟੂ ਮੇਕ ਸ਼ੋਰ ਕਿ ਆਪਣੇ ਆਪ ਨੂੰ ਤੁਸੀਂ ਬੰਦਿਆਂ ਵਾਂਗ ਟਰੀਟ ਕਰੋ, ਨਾ ਕਿ ਜੋਕਰ ਵਾਂਗ। ਠੀਕ ਹੈ, ਇਹ ਪਹਿਲਾ ਪੁਆਇੰਟ। ਅਤੇ ਹੁਣ ਦੂਜਾ ਪੁਆਇੰਟ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਨਾ ਮੈਂ ਸਟੋਰੀ ਹੋਰ ਸ਼ੇਅਰ ਕਰਾਂ। ਇੱਕ ਨਾ ਜਨਾਨੀਆਂ ਦੇ ਉੱਤੇ ਕਾਇੰਡ ਆਫ ਐਕਸਪੈਰੀਮੈਂਟ ਹੋਇਆ, ਕਿਉਂਕਿ ਕੁੜੀਆਂ ਜ਼ਿਆਦਾਤਰ ਆਪਣੀ ਲੁੱਕਸ ਦੇ ਵਿੱਚ ਜ਼ਿਆਦਾ ਇਨਵੋਲਵ ਰਹਿੰਦੀਆਂ ਨੇ ਐਜ਼ ਕੰਪੇਅਰ ਟੂ ਮੁੰਡੇ। ਠੀਕ ਹੈ, ਮੁੰਡੇ ਠੀਕ ਹੈ ਸ਼ੇਵ ਕਰਦੇ ਨੇ, ਆਪਣੇ ਆਪ ਨੂੰ ਤਿਆਰੀ ਕੀਤੀ, ਦੈਟਸ ਗੁੱਡ ਟੂ ਗੋ। ਬਟ ਕੁੜੀਆਂ ਥੋੜ੍ਹੀਆਂ ਜਿਹਾ ਜ਼ਿਆਦਾ ਲੀਨ ਕਰਦੀਆਂ ਕਿ ਉਹ ਕਿੱਦਾਂ ਦੀਆਂ ਦਿਖਦੀਆਂ ਨੇ। ਉਹਨਾਂ ਦੇ ਉੱਤੇ ਐਕਸਪੈਰੀਮੈਂਟ ਹੋਇਆ। ਐਕਸਪੈਰੀਮੈਂਟ ਕੀ ਸੀ, ਇਹ ਹੁਣ ਸਟੋਰੀ ਦਿਮਾਗ 'ਚ ਰੱਖਣੀ ਹੈ, ਜਿੱਦਾਂ ਆਪਾਂ ਅੱਗੇ ਵੱਧਦੇ ਪਏ ਹਾਂ ਪੋਡਕਾਸਟ ਦੇ ਵਿੱਚ, ਇਹ ਦਿਮਾਗ ਦੇ ਵਿੱਚ ਰਵੇ। ਸਟੋਰੀ ਕੀ ਸੀ ਕਿ ਕੁੜੀਆਂ ਨੂੰ ਕਿਹਾ ਗਿਆ ਕਿ ਹੁਣ ਅਸੀਂ ਇੱਕ ਟੈਸਟ ਕਰਨ ਲੱਗੇ ਹਾਂ, ਤੁਹਾਡੇ ਫੇਸ ਦੇ ਉੱਤੇ ਅਸੀਂ ਕੋਈ ਨਾ ਕੋਈ ਸੱਟ ਦਾ ਨਿਸ਼ਾਨ ਵਾਹ ਦੇਣਾ, ਅਤੇ ਜਿੱਦਾਂ ਨਿਸ਼ਾਨ ਵਾਹਾਂਗੇ, ਨਿਸ਼ਾਨ ਵਾਹਣ ਤੋਂ ਬਾਅਦ ਤੁਸੀਂ ਇੰਟਰਵਿਊ 'ਚ ਜਾਣਾ ਅਤੇ ਅਸੀਂ ਦੇਖਣਾ ਹੈ ਕਿ ਜਿਹੜਾ ਤੁਹਾਡੀ ਇੰਟਰਵਿਊ ਲੈਂਦਾ ਪਿਆ ਉਹ ਤੁਹਾਡੇ ਪ੍ਰਤੀ ਕਿੱਦਾਂ ਦਾ ਬਿਹੇਵ ਕਰਦਾ। ਜਨਾਨੀਆਂ ਕਹਿੰਦੀਆਂ ਠੀਕ ਨੇ, ਕੁਛ ਔਰਤਾਂ ਨੂੰ ਜਿਨ੍ਹਾਂ ਨੂੰ ਲਿਆ ਗਿਆ। ਹੁਣ ਜਦੋਂ ਉਹਨਾਂ ਦੇ ਫੇਸ ਦੇ ਉੱਤੇ ਇੱਕ ਸੱਟ ਦੇ ਨਿਸ਼ਾਨ ਵਾਹਤੇ, ਮੇਕਅਪ, ਕਿਉਂਕਿ ਅੱਜ ਕੱਲ੍ਹ ਨਾ ਮੇਕਅਪ ਦਾ ਸਟੈਂਡਰਡ ਜਾਂ ਮੇਕਅਪ ਦੀ ਕੁਆਲਿਟੀ ਬਹੁਤ ਵੱਧ ਗਈ ਹੈ। ਠੀਕ ਹੈ, ਜਦੋਂ ਫਿਲਮਾਂ 'ਚ ਤੁਸੀਂ ਦੇਖਦੇ ਹੋ ਨਾ ਕਿ ਘੰਟਾ 2 ਘੰਟੇ ਮੇਕਅਪ ਫੇਸ ਦੇ ਉੱਤੇ ਹੁੰਦਾ। ਅਗਰ ਕੋਈ ਕਿਸੇ ਦਿਨ ਫੇਸ ਨੂੰ ਦਿਖਾਉਣਾ ਕਿ ਸੜਿਆ ਹੋਇਆ ਫੇਸ ਹੈ ਜਾਂ ਕੋਈ ਸੱਟ ਲੱਗੀ ਹੋਈ ਹੈ, ਉਹ ਬਹੁਤ ਜ਼ਿਆਦਾ ਰੀਅਲਿਸਟਿਕ ਲੱਗਦਾ। ਇੱਦਾਂ ਦਾ ਹੀ ਮੇਕਅਪ, ਠੀਕ ਹੈ, ਉਹਨਾਂ ਦੇ ਫੇਸ ਦੇ ਉੱਤੇ ਸੱਟ ਵਾਹਤੀ ਗਈ। ਅਤੇ ਜਦੋਂ ਉਹ ਇੰਟਰਵਿਊ 'ਚ ਰੂਮ 'ਚ ਜਾਣ ਲੱਗੀਆਂ ਅਤੇ ਉਹਨਾਂ ਨੂੰ ਕਿਹਾ ਗਿਆ ਕਿ ਮਾੜਾ ਜਿਹਾ ਹੀ ਟੱਚਅਪ ਹੋਰ ਕਰ ਦਈਏ ਤੁਹਾਡੇ ਫੇਸ ਨੂੰ, ਠੀਕ ਹੈ, ਸੱਟ ਨੂੰ ਮਾੜਾ ਜਿਹਾ ਥੋੜ੍ਹਾ ਸਹੀ ਕਰ ਦਈਏ। ਅਤੇ ਜਦੋਂ ਉਹਨੂੰ ਸਹੀ ਕਰਨ ਲੱਗੇ ਅਤੇ ਉਹਨਾਂ ਨੂੰ ਸੱਟ ਨੂੰ ਬਿਲਕੁਲ ਫਿਕਸ ਕਰਤਾ, ਫੇਸ ਉਹਨਾਂ ਦਾ ਨੋਰਮਲ ਕਰਤਾ, ਕੋਈ ਸੱਟ ਉਹਨਾਂ ਦੇ ਉੱਤੇ ਨਹੀਂ ਰਹਿ ਗਈ। ਪਰ ਉਹ ਕੁੜੀਆਂ ਨੂੰ ਆਪ ਨਹੀਂ ਸੀ ਪਤਾ ਕਿ ਸੱਟ ਨੂੰ ਰਿਮੂਵ ਕਰਤਾ ਗਿਆ। ਉਹ ਗਈਆਂ ਇੰਟਰਵਿਊ ਦੇ ਵਿੱਚ, ਉਹਨਾਂ ਦਾ ਇੰਟਰਵਿਊ ਹੋਇਆ। ਇੰਟਰਵਿਊ ਤੋਂ ਬਾਅਦ ਉਹਨਾਂ ਨੂੰ ਪੁੱਛਿਆ ਗਿਆ ਕਿ ਇੰਟਰਵਿਊ ਕਿੱਦਾਂ ਦਾ ਰਿਹਾ ਸੀ। ਉਹਨਾਂ ਨੇ ਕਿਹਾ ਕਿ ਯਾਰ ਉਹ ਜੋ ਇੰਟਰਵਿਊ ਸਾਡੀ ਲੈਂਦਾ ਪਿਆ ਸੀ ਉਹ ਸਾਡੇ ਪ੍ਰਤੀ ਬੜਾ ਰੂਡ ਸੀ, ਸ਼ਾਇਦ ਸਾਡੀ ਸੱਟ ਕਾਰਨ। ਹੁਣ ਇਹ ਚੀਜ਼ ਦਿਮਾਗ ਦੇ ਵਿੱਚ ਰਹੇ ਕਿ ਉਹਨਾਂ ਨੂੰ ਨਹੀਂ ਦੱਸਿਆ ਗਿਆ ਕਿ ਸੱਟ ਨੂੰ, ਉਹਨਾਂ ਦੀ ਫੇਸ ਦੇ ਉੱਤੇ ਜੋ ਮਾਰਕ ਸੀ ਉਹਨਾਂ ਨੂੰ ਰਿਮੂਵ ਕਰਤਾ ਗਿਆ। ਜਿੰਨੀਆਂ ਵੀ ਔਰਤਾਂ ਦਾ ਇੰਟਰਵਿਊ ਹੋਇਆ, ਬਾਹਰ ਆਈਆਂ, ਉਹਨਾਂ ਨੇ ਸਾਰਿਆਂ ਨੇ ਰਿਪੋਰਟ ਕੀਤਾ ਕਿ ਸਾਡੇ ਨਾਲ ਵਿਤਕਰਾ ਹੋਇਆ, ਅੰਦਰ ਜਾ ਕੇ ਸਾਨੂੰ ਸਹੀ ਤਰ੍ਹਾਂ ਟਰੀਟ ਨਹੀਂ ਕੀਤਾ ਗਿਆ ਕਿਉਂਕਿ ਸਾਡੇ ਫੇਸ ਦੇ ਉੱਤੇ ਸੱਟ ਸੀ। ਇਹਨੂੰ ਕਹਿੰਦੇ ਨੇ ਵਿਕਟਮ ਮੈਂਟੈਲਿਟੀ, ਕਿ ਜਦੋਂ ਤੁਹਾਨੂੰ ਆਪ ਹੀ ਪਤਾ ਨਾ ਕਿ ਤੁਸੀਂ ਵਿਕਟਮ ਹੋ, ਸਾਰੀ ਦੁਨੀਆ ਤੁਹਾਨੂੰ ਲੱਗਦੀ ਹੈ ਕਿ ਯਾਰ ਕਿਉਂਕਿ ਸਾਡਾ ਇਹ ਚੀਜ਼, ਸਾਡੇ ਕੋਲ ਇਹ ਚੀਜ਼ ਹੈ, ਸਾਡੇ ਫੇਸ 'ਤੇ ਸੱਟ ਲੱਗੀ ਹੋਈ ਹੈ ਜਾਂ ਵਗੈਰਾ ਵਗੈਰਾ, ਕੁਛ ਵੀ ਹੋ ਸਕਦਾ ਵਿਕਟਮ ਮੈਂਟੈਲਿਟੀ ਦੇ ਵਿੱਚ, ਤਾਂ ਦੁਨੀਆ ਸਾਨੂੰ ਵਧੀਆ ਤਰੀਕੇ ਨਾਲ ਟਰੀਟ ਨਹੀਂ ਕਰਦੀ ਪਈ। ਭਾਵੇਂ ਦੁਨੀਆ ਤੁਹਾਨੂੰ ਉੱਦਾਂ ਨਹੀਂ ਦੇਖਦੀ ਪਈ, ਤੁਹਾਨੂੰ ਆਪ ਹੀ ਇੱਦਾਂ ਲੱਗਦਾ। ਹੁਣ ਇਹ ਸਟੋਰੀ ਨਾ ਦਿਮਾਗ ਦੇ ਵਿੱਚ ਰਹੇ ਜਦੋਂ ਆਪਾਂ ਅੱਗੇ ਵੱਧਦੇ ਹਾਂ। 2 ਚੀਜ਼ਾਂ ਦੀ ਮੈਂ ਕਿਹਾ ਨਾ ਪੋਡਕਾਸਟ ਸ਼ੁਰੂਆਤ ਦੇ ਵਿੱਚ ਗੱਲ ਹੋਏਗੀ। ਇੱਕ ਤੇ ਜੋ ਵੀ ਆਪਣੀ ਰਿਪਰੈਜ਼ੈਂਟੇਸ਼ਨ ਹੁੰਦੀ ਪਈ ਹੈ ਉਹ ਆਪਾਂ ਗੱਲ ਕੀਤੀ, ਜਿੱਦਾਂ ਦਿਲਜੀਤ ਦੋਸਾਂਝ ਦੀ ਗੱਲ ਕੀਤੀ। ਦੂਜੀ ਚੀਜ਼, ਜੋ ਬਰੰਪਟਨ ਦੇ ਵਿੱਚ ਨਾ ਨਗਰ ਕੀਰਤਨ ਹੋਇਆ, ਉੱਥੇ ਦਿਖਾਇਆ ਗਿਆ ਕਿ ਕਿੱਦਾਂ ਇੰਦਰਾ ਗਾਂਧੀ ਨੂੰ ਮਾਰਿਆ, ਉਹਦੇ ਬੁੱਤ ਜੋ ਵੀ ਖਿਲਾਰੇ ਗਏ, ਠੀਕ ਹੈ, ਗੋਲੀ ਵੱਜਦੀ ਦਿਖਾਈ ਗਈ ਉਹਨੂੰ। ਹੁਣ ਮੈਂ ਸੋਚਣ ਦਿਆਂ ਸੀ 2 ਤਰ੍ਹਾਂ ਦੇ ਨਗਰ ਕੀਰਤਨ, ਕਿ ਪਹਿਲਾ ਨਗਰ ਕੀਰਤਨ ਸੀ ਜੋ ਮੈਂ ਦੇਖਿਆ ਆਪਣੇ ਪਿੰਡਾਂ ਦੇ ਵਿੱਚ, ਜੋ ਇੱਕ ਬੜੀ ਖੁਸ਼ੀ ਵਾਲੀ ਚੀਜ਼ ਸੀ, ਭਾਵੇਂ ਉਹ ਸ਼ਹੀਦੀ ਦਿਹਾੜਾ, ਭਾਵੇਂ ਉਹ ਕੋਈ ਕਿਸੇ ਵੀ ਗੁਰੂ ਦੀ ਬਰਥ ਦੀ ਡੇਟ ਹੈ, ਠੀਕ ਹੈ, ਬਰਥਡੇ ਵੇ, ਉਹ ਬੜੇ ਨਾ ਖੁਸ਼ੀ ਵਾਲੇ ਰਹੇ ਨੇ, ਜਿਹਦੇ ਵਿੱਚ ਬੜੇ ਐਕਸਾਈਟਡ ਰਹਿੰਦੇ ਸੀ ਕਿ ਅਖੰਡ ਪਾਠ ਹੋਣਗੇ, ਸਾਰਾ ਪਿੰਡ ਇਕੱਠਾ ਹੋ ਜਾਂਦਾ ਸੀ, ਫਿਰ ਨਗਰ ਕੀਰਤਨ ਲੰਘਣਾ ਪਿੰਡ ਦੇ ਵਿੱਚੋਂ, ਅਤੇ ਉਹ ਪੂਰੇ ਇੰਸੀਡੈਂਟ ਜੋ 3 ਜਾਂ 4 ਦਿਨ ਦਾ ਇੰਸੀਡੈਂਟ ਹੁੰਦਾ ਸੀ ਨਾ, ਉਹ ਖੁਸ਼ੀ ਨਾਲ ਲੰਘਦਾ ਸੀ। ਅਤੇ ਸਕੂਲੋਂ ਵੀ ਛੁੱਟੀ ਲੈ ਲੈਣੀ ਕਿ ਪਿੰਡ ਸਾਡੇ ਨਗਰ ਕੀਰਤਨ ਹੈ, ਲੰਗਰ ਚੱਲਣੇ, ਲੰਗਰ ਵਰਤਾਉਣੇ, ਅਤੇ ਉਹ 3-4 ਦਿਨ ਬਲਿਸਫੁਲ। ਭਾਵੇਂ ਉਦੋਂ ਰਹਿਣ ਦੀਆਂ ਕੰਡੀਸ਼ਨਾਂ ਪਿੰਡਾਂ ਦੇ ਵਿੱਚ ਇੰਨੀਆਂ ਵਧੀਆ ਨਹੀਂ ਸੀ, ਠੀਕ ਹੈ, ਬੱਤੀ ਭਾਵੇਂ 4 ਘੰਟੇ ਆਉਂਦੀ ਸੀ, 8 ਘੰਟੇ ਆਉਂਦੀ ਸੀ,
ਉਹ 4-5 ਦਿਨਾਂ ਦੇ ਵਿੱਚ ਨਾ ਹਰੇਕ ਚੀਜ਼ ਭੁੱਲੀ ਜਾਂਦੀ ਸੀ। ਤੇ ਮੈਂ ਹਮੇਸ਼ਾ ਇਹੀ ਫੀਲ ਕਰਦਾ ਵਾਂ ਕਿ ਨਗਰ ਕੀਰਤਨ ਦਾ ਕਨਸੈਪਟ ਇਹੀ ਹੈ। ਅਗੇਨ ਮੈਂ ਸ਼ਾਇਦ ਪ੍ਰੋਪਰ ਬੰਦਾ ਨਹੀਂ ਆ ਇਹ ਦੱਸਣ ਵਾਸਤੇ ਕਿ ਨਗਰ ਕੀਰਤਨ ਦਾ ਮੇਨ ਫੰਕਸ਼ਨ ਕੀ ਹੈ, ਠੀਕ ਹੈ। ਮੈਂ ਕੋਈ ਰਿਲੀਜੀਅਸ ਬੰਦਾ ਨਹੀਂ ਆ, ਬਟ ਮੈਂ ਇਹੀ ਸੋਚਦਾ ਵਾਂ ਕਿ ਸ਼ਾਇਦ ਰਿਲੀਜੀਅਸ ਵਰਡ ਨੂੰ ਸਪਰੈਡ ਕਰਨ ਵਾਸਤੇ, ਰਿਲੀਜੀਅਸ ਧਰਮ ਦੇ ਪਿਆਰ ਨੂੰ ਸਪਰੈਡ ਕਰਨ ਵਾਸਤੇ ਨਗਰ ਦੇ ਵਿੱਚ ਜਾ ਕੇ ਕੀਰਤਨ ਹੁੰਦਾ ਸੀ, ਤਾਂ ਕਿ ਜੋ ਗੁਰੂ ਜੀ ਦਾ ਵਰਡ ਹੈ ਉਹ ਸਪਰੈਡ ਹੋਵੇ, ਠੀਕ ਹੈ। 2 ਚੀਜ਼ਾਂ ਨੇ, ਇੱਕ ਵੇ ਨਗਰ ਕੀਰਤਨ, ਦੂਜੀ ਹੈ ਪਰੇਡ। ਪਰੇਡ ਹੁੰਦੀ ਜਿੱਦਾਂ ਆਰਮੀ ਵਾਲੀ ਪਰੇਡ ਹੁੰਦੀ ਹੈ ਨਾ, ਕਿ ਅਸੀਂ ਆਪਣੇ ਆਪ ਨੂੰ ਦਿਖਾਉਣਾ ਕਿ ਸਾਡੇ ਕੋਲ ਕਿੱਦਾਂ ਦੀਆਂ ਮਿਜ਼ਾਈਲਾਂ ਨੇ, ਸਾਡੇ ਕੋਲ ਕਿੱਦਾਂ ਦੀ ਫੌਜ ਹੈ। ਉਹ ਪਰੇਡ ਹੋ ਗਈ। ਫਿਰ ਇੱਕ ਪਰੇਡ ਹੁੰਦੀ ਹੈ ਜੋ ਅੱਜ ਕੱਲ੍ਹ LGBTQ ਦੀ ਪਰੇਡ ਹੁੰਦੀ ਹੈ ਕਿ ਅਸੀਂ ਪ੍ਰਾਊਡ ਆ ਵਗੈਰਾ ਵਗੈਰਾ ਜੋ ਵੀ ਹੈ, ਠੀਕ ਹੈ। ਸਹੀ ਹੈ ਗਲਤ ਆਈ ਡੋਂਟ ਨੋ। ਫਿਰ ਹੁੰਦਾ ਨਗਰ ਕੀਰਤਨ, ਰਿਲੀਜੀਅਸ ਵਰਡ ਨੂੰ ਸਪਰੈਡ ਕਰਨ ਵਾਸਤੇ, ਰਿਲੀਜੀਅਸ ਲਵ ਨੂੰ ਸਪਰੈਡ ਕਰਨ ਵਾਸਤੇ ਹੁੰਦਾ। ਹੁਣ ਜਿੱਦਾਂ ਮੈਂ ਗੱਲ ਕੀਤੀ ਨਾ ਐਵੋਲਿਊਸ਼ਨ ਨਗਰ ਕੀਰਤਨ ਦਾ, ਮੇਰੇ ਬਚਪਨ ਦੇ ਵਿੱਚ ਜੋ ਅਸੀਂ ਦੇਖਿਆ, ਹੁਣ ਮੈਂ ਵੀ ਜਵਾਨ ਹਾਂ, ਮੈਂ ਬੁੱਢਾ ਨਹੀਂ ਹੋ ਚੁੱਕਾ, ਕਿ ਮੈਂ ਇੱਕ ਖੁਸ਼ੀ ਵਾਲੇ ਨਗਰ ਕੀਰਤਨ ਤੋਂ ਹੁਣ ਜੋ ਨਗਰ ਕੀਰਤਨ ਹੁੰਦੇ ਨੇ ਉਹਨਾਂ ਨੂੰ ਦੇਖਦਾ ਜਿਨ੍ਹਾਂ ਦੇ ਵਿੱਚ ਨਗਰ ਕੀਰਤਨ ਦੇਖ ਕੇ ਇਹ ਲੱਗਦਾ ਕਿ ਯਾਰ ਕੀ ਇਹ ਸਹੀ ਹੈ, ਐਮ ਆਈ ਸਪੋਜ਼ ਟੂ ਗੈਟ ਹੈਪੀ। ਉੱਦਾਂ ਦੀ ਚੀਜ਼ ਜੋ ਅੱਜ ਕੱਲ੍ਹ ਹੁੰਦੀ ਹੈ, ਕੀ ਇਹ ਪੋਲੀਟੀਕਲ ਹੈ, ਕੀ ਕਿਸੇ ਨੂੰ ਦਿਖਾਉਣਾ ਕਿ ਕਿੱਦਾਂ ਅਸੀਂ ਕਿਸੇ ਨੂੰ ਮਾਰਿਆ ਸੀ, ਐਮ ਆਈ ਸਪੋਜ਼ ਟੂ ਗੈਟ ਹੈਪੀ? ਕੀ ਮੈਨੂੰ ਉਹਦੇ ਖੁਸ਼ ਹੋਣਾ ਚਾਹੀਦਾ? ਕੀ ਮੈਂ ਇੰਨਾ ਅਗਰੀ ਕਰਨਾ ਚਾਹੀਦਾ ਵਾਂ ਜਾਂ ਨਹੀਂ ਅਗਰੀ ਕਰਨਾ ਚਾਹੀਦਾ? ਠੀਕ ਹੈ, ਇਹ ਚੀਜ਼ ਇੱਦਾਂ ਦੀ ਹੁਣ ਬਣ ਚੁੱਕੀ ਹੈ। ਅਗੇਨ ਮੈਨੂੰ ਨਹੀਂ ਪਤਾ ਮੈਂ ਸਹੀ ਹਾਂ ਕਿ ਗਲਤ ਹਾਂ, ਬਟ ਇੱਕ ਖੁਸ਼ੀ ਵਾਲੇ ਫੰਕਸ਼ਨ ਨੂੰ ਇੱਕ ਪੋਲੀਟੀਕਲ ਫੰਕਸ਼ਨ ਦੇ ਵਿੱਚ ਆਈ ਫੀਲ ਲਾਈਕ ਆਪਾਂ ਤਬਦੀਲ ਕਰਤਾ, ਕਿ ਜਿੱਥੇ ਮੈਂ ਹੁਣ ਆਪਣੇ ਆਪ ਨੂੰ ਕੁਐਸਚਨ ਕਰਦਾ ਪਿਆ ਵਾਂ ਕਿ ਕੀ ਮੈਨੂੰ ਇਹ ਪਸੰਦ ਕਰਨਾ ਚਾਹੀਦਾ, ਕਿ ਮੇਰਾ ਸਟਾਂਸ ਕੀ ਹੈ। ਆਈ ਡੋਂਟ ਨੋ, ਆਈ ਹੈਵ ਨੋ ਆਈਡੀਆ ਕਿ ਮੈਂ ਇਹਨੂੰ ਸਹੀ ਕਹਾਂ ਜਾਂ ਗਲਤ ਕਹਾਂ। No fucking idea. Should I be happy? I have no idea. Nothing but a controversy ਮੈਂ ਕਹਿ ਲਵਾਂ, purely political। ਇਹ ਮੈਨੂੰ ਫੀਲ ਹੋਇਆ, ਜਿਹਦੇ ਵਿੱਚ ਕੋਈ ਖੁਸ਼ੀ ਵਾਲੀ ਗੱਲ ਨਹੀਂ ਸੀ, ਠੀਕ ਹੈ। ਹੁਣ ਵਿਕਟਮ ਮੈਂਟੈਲਿਟੀ ਦੀ ਮੈਂ ਗੱਲ ਕੀਤੀ ਸੀ ਕਿ ਦੇਖਣਾ ਕਿ ਯਾਰ ਸਾਡੇ ਨਾਲ ਕੋਈ ਸਾਡੇ ਫੇਸ ਦੇ ਉੱਤੇ ਮਾਰ ਕੇ ਤੇ ਸ਼ਾਇਦ ਸਾਨੂੰ ਦੁਨੀਆ ਇੱਦਾਂ ਟਰੀਟ ਕਰਦੀ ਪਈ ਹੈ, ਠੀਕ ਹੈ। ਬਟ ਕਦੀ ਕਦੀ ਉਹ ਚੀਜ਼ ਉੱਥੇ ਹੁੰਦੀ ਵੀ ਨਹੀਂ ਜਿਹਨੂੰ ਵਾਰ-ਵਾਰ ਕੁਰੇਦ ਕੇ ਆਪਾਂ ਇੱਕ ਜ਼ਖਮ ਬਣਾ ਲੈਂਦੇ ਹਾਂ, ਠੀਕ ਹੈ। ਇੱਕ ਨਾ ਮੈਨੂੰ ਮੈਸੇਜ ਆਇਆ ਇੰਸਟਾਗ੍ਰਾਮ ਦੇ ਉੱਤੇ। ਮੈਸੇਜ ਇਹ ਸੀ, ਉਹ ਮੁੰਡੇ ਨਾਲ ਨਾ ਮੈਂ ਵਾਵਾ ਟਾਈਮ ਅਸੀਂ ਗੱਲ ਕੀਤੀ, ਉਹ ਕਦੀ ਵੀ ਕਿਸੇ ਚੀਜ਼ ਨਾਲ ਅਸੀਂ ਅਗਰੀ ਨਹੀਂ ਕੀਤੇ, ਬਟ ਸਾਡੀ ਗੱਲਬਾਤ ਨਾ ਬੜੀ ਵਧੀਆ ਹੁੰਦੀ ਸੀ। ਉਹਨੇ ਆਪਣੇ ਪੁਆਇੰਟ ਦੱਸਣੇ, ਮੈਂ ਆਪਣੇ ਪੁਆਇੰਟ ਦੱਸਣੇ, ਠੀਕ ਹੈ। ਅਗਰੀ ਕਰੀਏ ਨਾ ਕਿ ਅਗਰੀ ਕਰੀਏ। ਬਟ ਲਾਸਟ ਮੈਸੇਜ ਜਦੋਂ ਆਇਆ ਨਾ, ਮੈਂ ਬੜਾ ਜ਼ਿਆਦਾ ਡਿਸਅਪੋਇੰਟਡ ਹੋਇਆ, ਕਿਉਂਕਿ ਮੈਨੂੰ ਐਕਚੁਅਲੀ ਲੱਗਾ ਸੀ ਕਿ ਯਾਰ ਮੁੰਡਾ ਕਾਫੀ ਸਮਾਰਟ ਹੈ, ਮੇ ਬੀ ਇੰਟਲੈਕਚੁਅਲ ਹੈ, ਅਤੇ ਇਹਨਾਂ ਮੈਂ ਵਧੀਆ ਅਗਰ ਡਿਸਐਗਰੀ ਵੀ ਕਰਦੇ ਹਾਂ ਨਾ, ਅਸੀਂ ਵਧੀਆ ਤਰੀਕੇ ਨਾਲ ਗੱਲ ਕਰ ਸਕਦੇ ਹਾਂ। ਬਟ ਲਾਸਟ ਮੈਸੇਜ ਉਹਨੇ ਮੈਨੂੰ ਕੀਤਾ, ਲਾਸਟ ਮੈਸੇਜ ਸੀ ਕਿ ਸ਼ਾਇਦ ਭੈਣ ਭਰਾ ਜਾਂ ਕੋਈ ਰਿਸ਼ਤੇਦਾਰ ਬਹੁਤ ਟਾਈਮ ਬਾਅਦ ਮਿਲੇ, ਇੱਕ ਪਾਕਿਸਤਾਨ 'ਚ ਸੀ ਅਤੇ ਇੱਕ ਇੰਡੀਆ ਦੇ ਵਿੱਚ ਸੀ। ਉਹ ਮਿਲੇ, ਉਹਦੀ ਵੀਡੀਓ ਉਹਨਾਂ ਨੇ ਮੈਨੂੰ ਸੈਂਡ ਕੀਤੀ, ਕਲਿੱਪ ਕੀਤਾ, ਕਹਿੰਦਾ ਦੇਖੋ ਮੈਸੇਜ 'ਚ ਸੀ ਕਿ ਦੇਖੋ ਤੁਹਾਡੇ ਫੇਵਰੇਟ ਵਾਈਟ ਪੀਪਲ, ਇਹਨਾਂ ਨੇ ਪੂਰੀ ਦੁਨੀਆ ਦੇ ਵਿੱਚ ਇੱਦਾਂ ਦੀਆਂ ਚੀਜ਼ਾਂ ਕੀਤੀਆਂ ਨੇ। ਟਰਮ ਯੂਜ਼ ਕੀਤੀ ਕਿ ਫੇਵਰੇਟ ਵਾਈਟ ਪੀਪਲ। ਉਸ ਤੋਂ ਬਾਅਦ ਜਿੰਨੇ ਵੀ ਉਹਨੇ ਮੈਨੂੰ ਮੈਸੇਜ ਕੀਤੇ ਨਾ, ਮੈਂ ਇਗਨੋਰ ਕੀਤੇ। ਮੈਂ ਕਿਹਾ ਨਹੀਂ ਰੀਅਲੀ, ਜਦੋਂ ਤੁਸੀਂ ਇੱਕ ਟੈਗ ਲਾਤਾ ਕਿ ਸ਼ਾਇਦ ਹਰੇਕ ਚੀਜ਼ ਇੱਕ ਮੈਂ ਵਾਈਟ ਬੰਦੇ ਦੇ ਲੈਂਸ ਦੇ ਥਰੂ ਹੀ ਦੇਖਦਾ ਵਾਂ, ਅਤੇ ਸ਼ਾਇਦ ਵਾਈਟ ਪੀਪਲ ਮੇਰੇ ਫੇਵਰੇਟ ਪੀਪਲ ਨੇ, ਕਿਉਂਕਿ ਕਦੇ ਵੀ ਮੈਂ ਨਾ ਕਿਸੇ ਵੀ ਰੇਸ ਨੂੰ ਸੁਪੀਰੀਅਰ ਨਹੀਂ ਮੰਨਿਆ। ਇਨ ਦਾ ਸੈਂਸ ਮੈਂ ਹਮੇਸ਼ਾ ਇਹੀ ਕਹਿੰਦਾ ਹੁੰਦਾ ਕਿ ਇੱਥੇ ਕੀ ਵਧੀਆ ਚੀਜ਼ਾਂ ਨੇ ਅਤੇ ਆਪਣੇ ਕੀ ਮਾੜੀਆਂ ਚੀਜ਼ਾਂ ਨੇ, ਉਹਨਾਂ ਨੂੰ ਆਪਾਂ ਕਿੱਦਾਂ ਸਿੱਖ ਸਕਦੇ ਹਾਂ, ਇਹਨਾਂ ਤੋਂ ਕਿੱਦਾਂ ਆਪਾਂ ਸਿੱਖ ਸਕਦੇ ਹਾਂ। ਬਟ ਹੁਣ ਉਹ ਬੰਦਾ ਜਿਹਨੇ ਮੈਨੂੰ ਮੈਸੇਜ ਕੀਤਾ, ਉਹ ਮੈਸੇਜ ਦੇ ਵਿੱਚ ਹੀ ਰੇਸਿਜ਼ਮ ਸੀ ਟੂਵਰਡਸ ਵਾਈਟ ਪੀਪਲ, ਠੀਕ ਹੈ। ਓਬਵੀਅਸਲੀ ਜਦੋਂ ਉਹਨੇ ਮੈਨੂੰ ਕਹਿ ਤਾ ਕਿ ਯਾਰ ਤੁਹਾਡੇ ਵਾਈਟ ਪੀਪਲ ਨੇ ਪੂਰੀ ਦੁਨੀਆ ਦੇ ਵਿੱਚ ਇੱਦਾਂ ਕੀਤਾ। ਹੁਣ ਕੋਈ ਵੀ ਰੇਸ 100% ਤਾਂ ਸਹੀ ਨਹੀਂ ਕਹਿ ਲਈ ਆਪਾਂ, ਠੀਕ ਹੈ। ਹੁਣ ਭਈਏ ਆਪਣੇ ਆਉਂਦੇ ਨੇ, ਠੀਕ ਹੈ, ਅਤੇ ਕਦੀ ਕਦੀ ਮੈਂ ਪਿੰਡਾਂ ਦੇ ਵਿੱਚ ਦੇਖਿਆ ਕਿ ਆਪਣੇ ਪੰਜਾਬੀ ਲੋਕ ਉਹਨਾਂ ਨੂੰ ਕਿੱਦਾਂ
ਕਿੰਨੇ ਬੁਰੇ ਤਰੀਕੇ ਨਾਲ ਟਰੀਟ ਕਰਦੇ ਨੇ। ਤੇ ਕੀ ਮੈਂ ਪੂਰੀ ਪੰਜਾਬੀ ਕਮਿਊਨਿਟੀ ਨੂੰ ਇਲਜ਼ਾਮ ਦੇਣਾ ਸ਼ੁਰੂ ਕਰ ਦੇਵਾਂ ਕਿ ਯਾਰ ਦੇਖੋ ਪੰਜਾਬੀ ਕਮਿਊਨਿਟੀ ਇੱਦਾਂ ਦੀ, ਕੁਛ ਖਰਾਬ ਐਪਲਸ ਹੁੰਦੇ ਨੇ ਨਾ। ਹੁਣ ਜੋ ਗੋਰਿਆਂ ਨੇ ਕੀਤਾ ਹਿਸਟਰੀ ਦੇ ਵਿੱਚ, ਕਿ 100% ਦੇ 100% ਗੋਰੇ ਲੋਕ ਉੱਦਾਂ ਦੇ ਨੇ? ਕੁਛ ਜੋ ਪਾਵਰ ਦੇ ਵਿੱਚ ਸੀ, ਉਹਨਾਂ ਨੇ ਪਾਵਰ ਨੂੰ ਆਪਣੇ ਆਪ ਨੂੰ ਪਾਵਰ ਦੇ ਵਿੱਚ ਰੱਖਣ ਵਾਸਤੇ ਬਹੁਤ ਚੀਜ਼ਾਂ ਕੀਤੀਆਂ। ਤੇ ਆਪਣੀ ਇੰਡੀਆ 'ਚ ਵੀ ਇੱਦਾਂ ਹੁੰਦਾ ਪਿਆ ਕਿ ਆਪਣੇ ਆਪ ਨੂੰ, ਹੁਣ ਜੋ ਆਪਣੀ ਸਰਕਾਰ ਹੈ ਇੰਡੀਆ ਦੇ ਵਿੱਚ, BJP ਸਰਕਾਰ ਹੈ, ਆਪਣੇ ਆਪ ਨੂੰ ਪਾਵਰ ਦੇ ਵਿੱਚ ਰੱਖਣ ਵਾਸਤੇ ਉਹ ਕੁਛ ਵੀ ਕਰਦੇ ਪਏ ਨੇ ਮਿਨੋਰਿਟੀਜ਼ ਨਾਲ। ਤੇ ਕੀ ਪੂਰੇ ਇੰਡੀਅਨਸ ਇੱਦਾਂ ਦੇ ਨੇ? ਨਹੀਂ। ਕੀ ਪੂਰੇ ਪੰਜਾਬੀ ਉੱਦਾਂ ਦੇ ਨੇ ਜੋ ਪ੍ਰਵਾਸੀਆਂ ਨਾਲ ਸਹੀ ਬਿਹੇਵ ਨਹੀਂ ਕਰਦੇ? ਨਹੀਂ। ਤੇ ਕੀ ਪੂਰੇ ਵਾਈਟ ਪੀਪਲ ਇੱਦਾਂ ਦੇ ਨੇ? ਠੀਕ ਹੈ, ਅੱਜ ਮੈਂ ਵਾਈਟ ਲੋਕਾਂ ਦੇ ਕੋਲ ਹੀ ਰਹਿੰਦਾ ਪਿਆ ਵਾਂ, ਉਹਨਾਂ ਨਾਲ ਕੰਮ ਕਰਦਾ ਪਿਆ, ਮੈਨੂੰ ਬਹੁਤ ਵਧੀਆ ਤਰੀਕੇ ਨਾਲ ਟਰੀਟ ਕਰਦੇ ਪਏ। ਤੇ ਜਿਹੜੇ ਬੰਦੇ ਨੇ ਮੈਨੂੰ ਮੈਸੇਜ ਕੀਤਾ ਉਹ ਆਪ ਆਸਟ੍ਰੇਲੀਆ ਦੇ ਵਿੱਚ, ਤੇ ਉਹ ਆਪ ਕਿਸੇ ਵਾਈਟ ਬੰਦੇ ਦੇ ਅੰਡਰ ਕੰਮ ਕਰਦਾ ਹੋਏਗਾ। ਠੀਕ ਹੈ, ਤੇ ਜਿੱਦਾਂ ਮੈਂ ਕਿਹਾ ਨਾ ਕਿ ਵਿਕਟਮ ਮੈਂਟੈਲਿਟੀ, ਇਹ ਮੈਸੇਜ ਦੇ ਵਿੱਚ ਮੈਂ ਦਰਸਾਉਣ ਦਿਆ ਸੀ ਕਿ ਉਹ ਬੰਦੇ ਨੇ ਸ਼ਾਇਦ ਕੰਟੈਂਟ ਇੱਦਾਂ ਦਾ ਵਾਰ-ਵਾਰ ਯੂਜ਼ ਕਰਨਾ, ਤੇ ਸ਼ਾਇਦ ਉਹਨੂੰ ਹੁਣ ਇੱਦਾਂ ਹੀ ਫੀਲ ਹੁੰਦਾ ਕਿ ਸ਼ਾਇਦ ਪੰਜਾਬੀ ਬਹੁਤ ਜ਼ਿਆਦਾ ਵਿਕਟਮਾਈਜ਼ ਹੋ ਚੁੱਕੇ ਨੇ। ਤੇ ਹੁਣ ਇਹਨੂੰ ਆਪਾਂ ਆਈਡੈਂਟੀਫਾਈ ਕਿੱਦਾਂ ਕਰ ਸਕਦੇ ਹਾਂ ਵਿਕਟਮ ਮੈਂਟੈਲਿਟੀ ਨੂੰ? ਇੱਦਾਂ ਕਰ ਸਕਦੇ ਹਾਂ ਕਿ ਜਦੋਂ ਕੋਈ ਪਾਸਟ ਦੀ ਕੋਈ ਵੀ ਸਟੋਰੀ ਆਪਣੀ ਪਰਸਨੈਲਿਟੀ ਦੇ ਨਾਲ ਰਚ ਜੇ ਨਾ, ਦੈਟ ਮੀਨਸ ਤੁਹਾਡੇ ਅੰਦਰ ਵਿਕਟਮ ਮੈਂਟੈਲਿਟੀ ਹੈ। ਜਦੋਂ ਕੋਈ ਵੀ ਤੁਹਾਡੇ ਨਾਲ ਕੋਈ ਵੀ ਚੀਜ਼ ਕਰਦਾ ਨਾ, ਤੁਹਾਨੂੰ ਕੋਈ ਵੀ ਕਲਿੱਪ ਦਿਖੇ, ਠੀਕ ਹੈ, ਤੁਹਾਡੇ ਨਾਲ ਕੋਈ ਗੱਲ ਕਰਦੇ ਕਰਦੇ ਤੁਹਾਨੂੰ ਫੀਲ ਹੋਏ ਕਿ ਯਾਰ ਤੁਹਾਡੀ ਪਰਸਨੈਲਿਟੀ ਦੇ ਉੱਤੇ ਕੋਈ ਅਟੈਕ ਕਰਦਾ ਪਿਆ, ਤੁਹਾਡੀ ਕਮਿਊਨਿਟੀ ਦੇ ਉੱਤੇ ਕੋਈ ਅਟੈਕ ਕਰਦਾ ਪਿਆ ਬਿਨਾਂ ਗੱਲ ਤੋਂ, ਦੈਟ ਮੀਨਸ ਤੁਹਾਡੀ ਵਿਕਟਮ ਮੈਂਟੈਲਿਟੀ ਬਣ ਚੁੱਕੀ ਹੈ। ਤੇ ਇਹ ਚੀਜ਼ ਨਾ ਬੜਾ ਤੁਹਾਨੂੰ ਕੰਫਰਟ ਦਿੰਦੀ ਹੈ, ਬਹੁਤ ਜ਼ਿਆਦਾ ਕੰਫਰਟ ਦਿੰਦੀ ਹੈ, ਇਨ ਦਾ ਸੈਂਸ ਕਿ ਤੁਹਾਡੇ ਨਾਲ ਕੋਈ ਵੀ ਮਾੜੀ ਚੀਜ਼ ਹੋਏ ਤੁਸੀਂ ਕਹਿ ਦਿੰਦੇ ਹੋ ਯਾਰ ਇਟਸ ਨੋਟ ਦੈਟ ਕਿ ਮੇਰੇ ਕੋਲ ਟੈਲੈਂਟ ਨਹੀਂ ਹੈ, ਬਟ ਸਾਨੂੰ ਟਰੀਟ ਹੀ ਇੱਦਾਂ ਕੀਤਾ ਗਿਆ ਸ਼ੁਰੂ ਤੋਂ ਹੀ। ਟੈਲੈਂਟ ਹੋਵੇ ਨਾ ਹੋਵੇ ਉਹ ਤੁਹਾਡੇ ਲਈ ਮੈਟਰ ਨਹੀਂ ਕਰਦਾ। ਫਿਰ ਟਰਸਟ ਮੀ, ਅੱਜ ਦੇ ਟਾਈਮ ਅਗਰ ਤੁਹਾਡੇ ਦੇ ਵਿੱਚ ਕੋਈ ਵੀ ਟੈਲੈਂਟ ਹੈ ਨਾ, ਤੁਸੀਂ ਬਰਾਊਨ ਹੋ, ਬਲੈਕ ਹੋ, ਵਾਈਟ ਹੋ, ਡਜ਼ਨਟ ਮੈਟਰ, ਤੁਸੀਂ ਉੱਪਰ ਜਾਓਗੇ ਹੀ ਜਾਓਗੇ। ਬਟ ਆਪਣੇ ਆਪ ਨੂੰ ਵਿਕਟਮ ਕਹਿਣਾ ਉਹ ਬਹੁਤ ਜ਼ਿਆਦਾ ਕੰਫਰਟੇਬਲ ਹੈ, ਕਿਉਂਕਿ ਉਹ ਤੁਹਾਨੂੰ ਇੱਕ ਐਕਸਕਿਊਜ਼ ਦੇ ਦਿੰਦਾ ਕਿਸੇ ਵੀ ਚੀਜ਼ ਤੋਂ ਨਿਕਲਣ ਤੋਂ। ਬਹੁਤ ਵਧੀਆ ਐਕਸਕਿਊਜ਼ ਹੈ ਕਿ ਸਾਨੂੰ ਉੱਪਰ ਕਿਉਂ ਨਹੀਂ ਵਧਾਉਣ ਦੇ, ਕਿਉਂਕਿ ਅਸੀਂ ਬਰਾਊਨ ਆ। ਇੱਕ ਰੀਸੈਂਟਲੀ ਮੇਰੀ ਇੱਕ ਫਰੈਂਡ ਇੰਡੀਆ ਤੋਂ ਇੱਥੇ ਆਈ, ਤੇ ਪੇਪਰ ਦੇ ਵਿੱਚ ਨਾ ਇੱਥੇ ਯੂਨੀ ਦੇ ਵਿੱਚ ਆ ਗਏ, ਸਾਰੇ ਫੇਲ ਹੋ ਗਏ। ਪਹਿਲੀ ਅਸਾਈਨਮੈਂਟ, ਇੱਥੇ ਪੇਪਰ ਨਹੀਂ ਚਲੋ ਹੁੰਦੇ, ਇੱਥੇ ਅਸਾਈਨਮੈਂਟਾਂ ਹੁੰਦੀਆਂ ਨੇ। ਪਹਿਲੀ ਅਸਾਈਨਮੈਂਟ ਦੇ ਵਿੱਚ ਨਾ ਕਲਾਸ ਦੇ ਵਿੱਚ ਜਿੰਨੇ ਵੀ ਜਾਣੇ ਸੀ ਸਾਰੇ ਫੇਲ ਹੋ ਗਏ। ਪਹਿਲਾਂ ਮੈਨੂੰ ਸਟੋਰੀ ਇਹ ਦੱਸੀ ਗਈ, ਮੈਂ ਪੁੱਛਿਆ, ਮੈਂ ਕਿਹਾ ਕਿ ਸਟੱਡੀ ਕਿੱਦਾਂ ਚੱਲਦੀ ਪਈ ਹੈ? ਕਹਿੰਦੀ ਸਟੱਡੀ ਨਹੀਂ ਵਧੀਆ, ਇੱਥੇ ਨਹੀਂ ਵਧੀਆ ਮੈਨੂੰ ਲੱਗੀ ਸਟੱਡੀ। ਮੈਂ ਕਿਹਾ ਕਿਉਂ? ਕਹਿੰਦੀ ਸਾਨੂੰ ਸਾਰਿਆਂ ਨੂੰ ਫੇਲ ਕਰਤਾ। ਮੈਂ ਕਿਹਾ ਸਾਰਿਆਂ ਨੂੰ ਫੇਲ ਕਰਤਾ? ਮੈਂ ਕਿਹਾ ਇੱਦਾਂ ਤਾਂ ਨਹੀਂ ਹੁੰਦਾ ਯਾਰ, ਸਾਰਿਆਂ ਨੂੰ ਤੁਹਾਨੂੰ ਫੇਲ ਕਰ ਸਕਦੇ। ਤੇ ਮੈਂ ਉੱਦਾਂ ਹੀ ਰੈਂਡਮਲੀ ਕੁਐਸਚਨ ਪੁੱਛਿਆ, ਮੈਂ ਕਿਹਾ ਸਾਰੇ ਇੰਡੀਅਨਸ ਨੇ? ਕਹਿੰਦੀ ਹਾਂ ਸਾਰੇ ਇੰਡੀਅਨਸ ਨੇ, ਕਿਉਂਕਿ ਸਾਰੇ ਇੰਡੀਅਨਸ ਨੇ ਸਾਰਿਆਂ ਨੂੰ ਫੇਲ ਕਰਤਾ ਗਿਆ। ਮੈਂ ਕਿਹਾ ਇੱਦਾਂ ਨਹੀਂ ਹੁੰਦਾ, ਹੋਪਫੁਲੀ ਕਿਉਂਕਿ ਇਹ ਤੁਹਾਡੀ ਪਹਿਲੀ ਅਸਾਈਨਮੈਂਟ ਸੀ, ਜੋ ਕਨਸੈਪਟ ਹੈ ਇੱਥੇ ਅਸਾਈਨਮੈਂਟਾਂ ਦਾ, ਜਿੰਨੀ ਤੁਹਾਨੂੰ ਰਿਸਰਚ ਕਰਨੀ ਪੈਂਦੀ ਹੈ, ਠੀਕ ਹੈ, ਤਾਂ ਹੀ ਉਹ ਪੇਪਰ ਨਹੀਂ ਇੱਥੇ ਹੁੰਦੇ, ਕਿਉਂਕਿ ਅਸਾਈਨਮੈਂਟਾਂ ਹੀ ਤੁਹਾਨੂੰ ਇੱਦਾਂ ਦੀਆਂ ਦੇ ਦਿੱਤੀਆਂ ਜਾਂਦੀਆਂ ਨੇ ਕਿ ਉਹਦੇ ਵਿੱਚ ਰਿਸਰਚ ਬਹੁਤ ਜ਼ਿਆਦਾ ਕਰਨੀ ਪੈਂਦੀ। ਤੁਹਾਨੂੰ ਝੂਠਾ ਮੂਠਾ ਨਹੀਂ ਤੁਸੀਂ ਲਿਖ ਸਕਦੇ, ਇੰਟਰਨੈਟ ਤੋਂ ਕਾਪੀ ਪੇਸਟ ਨਹੀਂ ਤੁਸੀਂ ਕਰ ਸਕਦੇ, ਕਿਉਂਕਿ ਸੌਫਟਵੇਅਰ ਦੇ ਵਿੱਚ ਤੁਹਾਨੂੰ ਅਸਾਈਨਮੈਂਟ ਪਾਉਣੀ ਪੈਂਦੀ ਹੈ, ਅਤੇ ਉਹ ਜੋ ਕਾਪੀ ਪੇਸਟ ਹੁੰਦਾ ਨਾ ਉਹ ਸਾਰਾ ਉਹ ਸੌਫਟਵੇਅਰ ਕੱਢ ਲੈਂਦਾ, ਅਤੇ ਇਸ ਲਈ ਤੁਹਾਨੂੰ ਐਕਚੁਅਲ ਰਿਸਰਚ ਕਰਨੀ ਪੈਂਦੀ ਹੈ। ਅਤੇ ਕਿਉਂਕਿ ਇਹ ਮਾਡਲ ਥੋੜ੍ਹਾ ਵੱਖਰਾ ਹੈ, ਅਤੇ ਇਹ ਮਾਡਲ ਦੇ ਵਿੱਚ ਸ਼ਾਇਦ ਪਹਿਲੀ ਜਾਂ ਦੂਜੀ ਅਸਾਈਨਮੈਂਟ ਦੇ ਵਿੱਚ ਤੁਸੀਂ ਇੰਨੇ ਪਰਪੱਖ ਨਹੀਂ ਹੋ, ਅਤੇ ਓਬਵੀਅਸਲੀ ਤੁਸੀਂ ਫੇਲ ਹੋਓਗੇ। ਇਟ ਹੈਜ਼ ਨਥਿੰਗ ਟੂ ਡੂ ਕਿ ਤੁਸੀਂ ਬਰਾਊਨ ਹੋ, ਠੀਕ ਹੈ। ਪਹਿਲੀ ਚੀਜ਼ ਇਹ ਵਿਕਟਮ ਮੈਂਟੈਲਿਟੀ ਦਾ ਪਹਿਲਾ ਤੁਹਾਨੂੰ ਕਹਿ ਲਈਏ ਇੱਕ ਫੀਚਰ, ਪਹਿਲੀ ਚੀਜ਼ ਤੁਹਾਨੂੰ ਇਹ ਲੱਗਦੀ ਹੈ ਕਿ ਯਾਰ ਸ਼ਾਇਦ ਮੈਂ ਬਰਾਊਨ ਹਾਂ, ਸਾਡੇ ਨਾਲ ਸ਼ਾਇਦ ਤਾਂ ਇੰਨੇ ਜ਼ਿਆਦਾ ਵਿਤਕਰੇ ਹੁੰਦੇ ਪਏ ਨੇ, ਵਿਕਟਮ ਮੈਂਟੈਲਿਟੀ। ਅਤੇ ਦੂਜੀ ਚੀਜ਼ ਤੁਹਾਨੂੰ ਹਮੇਸ਼ਾ ਇਹੀ ਲੱਗਦੀ ਹੈ ਕਿ ਜਿਹੜੇ ਦੂਜੇ ਬੰਦੇ ਨੇ ਹਮੇਸ਼ਾ ਉਹਨਾਂ ਕੋਲ ਐਡਵਾਂਟੇਜ ਹੈ। ਇਹ ਦੂਜਾ ਇੱਕ ਕਹਿ ਲਈਏ, ਦੂਜਾ ਫੀਚਰ ਕਹਿ ਲਈਏ ਕਿ ਜਦੋਂ ਤੁਹਾਨੂੰ ਇਹ ਲੱਗੇ ਕਿ ਯਾਰ ਦੂਜੇ ਬੰਦੇ ਕੋਲ ਐਡਵਾਂਟੇਜ ਹੈ, ਅਤੇ ਉਹ ਵੀ ਇੱਕ ਵਿਕਟਮ ਮੈਂਟੈਲਿਟੀ ਦਾ ਪ੍ਰਤੀਕ ਹੈ ਕਿ ਉਹ ਬੰਦਾ ਕਿਉਂ ਸਕਸੈਸਫੁਲ ਹੈ, ਕਿਉਂਕਿ ਉਹ ਵਾਈਟ ਹੈ, ਕਿਉਂਕਿ ਉਹਨਾਂ ਦੀ ਸਰਕਾਰ ਹੈ, ਕਿਉਂਕਿ ਉਹ ਮੇ ਬੀ ਹਿੰਦੂ ਹੈ, ਮੋਦੀ ਉਹਨਾਂ ਨੂੰ ਜ਼ਿਆਦਾ ਪ੍ਰੈਫਰਡ ਕਰਦਾ, ਕੌਨਸਟੀਟਿਊਸ਼ਨ ਰਾਈਟ ਉਹਨਾਂ ਕੋਲ ਜ਼ਿਆਦਾ ਨੇ, ਮੇ ਬੀ ਲੀਡਰ ਉਹਨਾਂ ਦਾ। ਜਦੋਂ ਇੱਦਾਂ ਦੇ ਐਕਸਕਿਊਜ਼ਸ ਆਉਣ ਲੱਗ ਪੈਣ ਨਾ, ਇਹ ਵੀ ਇੱਕ ਕਿਤੇ ਨਾ ਕਿਤੇ ਵਿਕਟਮ ਮੈਂਟੈਲਿਟੀ ਦਾ ਪ੍ਰਤੀਕ ਹੈ। ਅਤੇ ਜਦੋਂ ਤੁਹਾਨੂੰ ਲੱਗੇ
ਯੂ ਹੈਵ ਟੂ ਗੈਟ ਆਊਟ ਆਫ ਦੈਟ ਮੈਂਟੈਲਿਟੀ। ਕੋਈ ਵੀ ਤੁਹਾਨੂੰ, ਕਿਉਂਕਿ ਹਰੇਕ ਬੰਦੇ ਕੋਲ ਨਾ ਆਪਣੀ ਪ੍ਰੋਬਲਮ ਹੈ। ਕੋਈ ਬੰਦਾ ਨਹੀਂ ਚਾਹੁੰਦਾ ਕਿ ਯਾਰ ਉਹ ਬੰਦਾ ਅੱਗੇ ਕਿਉਂ ਵਧਣ ਦਿਆ, ਉਹ ਬੰਦਾ ਸਟੂਪਿਡ ਹੋਵੇਗਾ ਜੋ ਉਹ ਚਾਹੇਗਾ ਕਿ ਤੁਹਾਨੂੰ ਅੱਗੇ ਨਹੀਂ ਵਧਣ ਦੇਣਾ। ਆਪਾਂ ਨੂੰ ਕਦੀ ਕਦੀ ਹੁੰਦਾ ਨਾ, ਜਦੋਂ ਆਪਾਂ ਬਾਹਰ ਨਿਕਲੀਏ ਮੌਲ ਦੇ ਵਿੱਚ ਜਾਂ ਉੱਦਾਂ ਹੀ ਵਾਕ 'ਚ ਨਿਕਲੀਏ ਕਿ ਯਾਰ ਉਹ ਬੰਦਾ ਮੈਨੂੰ ਦੇਖਦਾ ਹੋਏਗਾ ਤੇ ਜੱਜ ਕਰਦਾ ਹੋਏਗਾ। ਨਹੀਂ, ਐਵਰੀਬਡੀ ਹੈਜ਼ ਦੇ ਓਨ ਪ੍ਰੋਬਲਮਸ। ਨੋਬਡੀ ਗਿਵਸ ਅ ਫੱਕ ਕਿ ਤੁਹਾਡੀ ਲਾਈਫ ਦੇ ਵਿੱਚ ਕੀ ਹੁੰਦਾ ਪਿਆ। ਨੋਬਡੀ ਗਿਵਸ ਅ ਫੱਕ ਤੁਸੀਂ ਕੱਪੜੇ ਕਿੱਦਾਂ ਦੇ ਪਾਏ ਹੋਏ ਨੇ। ਠੀਕ ਹੈ, ਜੇ ਤੁਸੀਂ ਵਾਕ 'ਤੇ ਜਾਂਦੇ ਹੋ ਨਾ, ਤੁਸੀਂ ਸਿੰਪਲ ਡਰੈਸਅਪ ਕਰਕੇ ਜਾ ਸਕਦੇ ਹੋ। ਨੋਬਡੀ ਗਿਵਸ ਅ ਫੱਕ। ਠੀਕ ਹੈ, ਜੇ ਤੁਸੀਂ ਐਕਚੁਅਲ ਕਿਸੇ ਇਵੈਂਟ 'ਚ ਜਾਂਦੇ ਪਏ ਹੋ, ਤੁਸੀਂ ਇੰਟਰਵਿਊ 'ਚ ਜਾਂਦੇ ਪਏ ਨਾ, ਦੈਨ ਪੀਪਲ ਗਿਵ ਅ ਫੱਕ ਹਾਊ ਯੂ ਡਰੈਸ ਅਪ। ਅਤੇ ਇਸ ਲਈ ਇਹ ਸੋਚਣਾ ਕਿ ਯਾਰ ਦੂਜੇ ਬੰਦੇ ਕੋਲ ਐਡਵਾਂਟੇਜ ਹੈ ਕਿਸੇ ਤਰੀਕੇ ਦੀ, ਇਹ ਵੀ ਇੱਕ ਪ੍ਰਤੀਕ ਹੈ ਵਿਕਟਮ ਮੈਂਟੈਲਿਟੀ ਦਾ। ਅਤੇ ਹਮੇਸ਼ਾ ਤੁਹਾਨੂੰ ਇੱਦਾਂ ਵੀ ਲੱਗੇਗਾ, ਤੀਜਾ ਪੁਆਇੰਟ ਤੁਹਾਨੂੰ ਹਮੇਸ਼ਾ ਇਹ ਲੱਗੇਗਾ ਤੁਹਾਡੇ ਅਗੇਂਸਟ ਹਮੇਸ਼ਾ ਕਿਸੇ ਨਾ ਕਿਸੇ ਤਰੀਕੇ ਦੀ ਕੰਸਪੀਰੇਸੀ ਚੱਲਦੀ ਪਈ ਹੈ। ਅਤੇ ਵਾਰ-ਵਾਰ ਤੁਸੀਂ ਇੱਕ ਬ੍ਰੋਕਨ ਟੇਪ ਰੈਕਡ ਵਾਂਗੂ ਵਾਰ-ਵਾਰ ਇੱਕ ਹੀ ਸਟੋਰੀ ਸ਼ੇਅਰ ਕਰਦੇ ਰਹੋਗੇ। ਉਹਦਾ ਸਿੱਟਾ ਕੀ ਨਿਕਲਦਾ ਪਿਆ, ਜਾਂ ਉਹਦਾ ਕੋਈ ਸਿੱਟਾ ਨਿਕਲਦਾ ਵੀ ਪਿਆ ਕਿ ਨਹੀਂ ਨਿਕਲਦਾ ਪਿਆ, ਉਹ ਕੋਈ ਚੀਜ਼ ਪ੍ਰੋਡਕਟਿਵ ਹੈ ਵੀ ਕਿ ਨਹੀਂ ਹੈ, ਉਹ ਨਹੀਂ ਹੁੰਦਾ। ਵਾਰ-ਵਾਰ ਤੁਸੀਂ ਸਟੋਰੀ ਸ਼ੇਅਰ ਕਰਦੇ ਰਹੋਗੇ। ਜਿੱਦਾਂ ਨਾ ਕਦੀ ਕਦੀ ਤੁਹਾਡਾ ਦਿਨ ਮਾੜਾ ਹੁੰਦਾ, ਤੁਸੀਂ ਆਪਣੇ ਫਰੈਂਡ ਨਾਲ ਗੱਲ ਕਰਦੇ ਹੋ, ਯਾਰ ਅੱਜ ਮੇਰਾ ਦਿਨ ਮਾੜਾ ਸੀ। ਠੀਕ ਹੈ, ਕੰਮ ਦੇ ਮੈਨੂੰ ਆਹ ਸਟਰੈਸਫੁਲ ਸੀ। ਠੀਕ ਹੈ, ਫਿਰ ਮੇਰੇ ਰਿਲੇਸ਼ਨਸ਼ਿਪ ਦੇ ਵਿੱਚ ਆਹ ਚੀਜ਼ ਹੁੰਦੀ ਪਈ ਹੈ, ਜਾਂ ਵਿਆਹ ਵਧੀਆ ਨਹੀਂ ਚੱਲਦਾ ਪਿਆ। ਉਹ ਚੀਜ਼ ਨਾ ਇੱਕ ਜਾਂ ਦੋ ਵਾਰੀ ਤੁਸੀਂ ਗੱਲ ਕਰੋ। ਠੀਕ ਹੈ, ਇੱਕ ਵੈਂਟ ਕਰ ਦਿਓ, ਆਪਣਾ ਜੋ ਵੀ ਸਟਰੈਸ ਹੈ ਨਾ ਇੱਕ ਵਾਰੀ ਸ਼ੇਅਰ ਕਰ ਦਿਓ, ਉਹ ਖਤਮ ਹੋ ਜਾਂਦੀ ਹੈ। ਠੀਕ ਹੈ, ਤੁਹਾਡਾ ਫਰੈਂਡ ਤੁਹਾਨੂੰ ਰਿਕਮੈਂਡੇਸ਼ਨ ਦੇ ਦੇਗਾ ਕਿ ਯਾਰ ਇੱਦਾਂ ਕਰ ਮੇ ਬੀ ਤੇਰੀ ਪ੍ਰੋਬਲਮ ਸੋਲਵ ਹੋ ਜਾਏਗੀ। ਬਟ ਜੋ ਵਿਕਟਮ ਮੈਂਟੈਲਿਟੀ ਦੇ ਵਿੱਚ ਕੀ ਹੁੰਦਾ, ਜੋ ਜਿੱਦਾਂ ਨਗਰ ਕੀਰਤਨ ਮੈਂ ਗੱਲ ਕਹੀ, ਵਾਰ-ਵਾਰ ਇੱਕ ਹੀ ਸਟੋਰੀ ਨੂੰ ਸ਼ੇਅਰ ਕਰਦੇ ਰਹਿਣਾ। ਬਟ ਅਗਰ ਕੋਈ ਤੁਹਾਨੂੰ ਫੀਡਬੈਕ ਦੇਣ ਦੀ ਕੋਸ਼ਿਸ਼ ਕਰਦਾ, ਕਿਸੇ ਤਰੀਕੇ ਦੀ ਇਨਕਰੇਜਮੈਂਟ ਦੇਣ ਦੀ ਕੋਸ਼ਿਸ਼ ਕਰਦਾ, ਉਹ ਨਹੀਂ ਲੈਣਾ ਆਪਾਂ। ਬਟ ਵਾਰ-ਵਾਰ ਸੇਮ ਸਟੋਰੀ ਰਿਪੀਟ ਕਰਦੇ ਰਹਿਣਾ। ਉਹਦਾ ਕੀ ਕਨਕਲੂਜਨ ਹੈ, ਆਈ ਡੋਂਟ ਨੋ। ਜੇ ਉਹਨਾਂ ਨੂੰ ਪੁੱਛੀਏ ਕਿ ਅੱਛਾ ਕੀ ਕਨਕਲੂਜਨ ਹੈ, ਤੁਸੀਂ ਕੀ ਚਾਹੁੰਦੇ ਹੋ, ਵੀ ਡੋਂਟ ਨੋ। ਠੀਕ ਹੈ, ਬਟ ਉਹ ਸੇਮ ਸਟੋਰੀ ਸ਼ੇਅਰ ਕਰਦੇ ਰਹਿਣਾ। ਹੁਣ ਮੈਂ ਨਾ ਫੀਡਬੈਕ ਦੀ ਗੱਲ ਕਰਾਂ ਕਿ ਫੀਡਬੈਕ ਜਦੋਂ ਕੋਈ ਕਿਉਂ ਨਹੀਂ ਲੈਂਦਾ। ਹੁਣ ਮੈਂ ਕਹਿੰਦਾ ਹੁੰਦਾ ਕਿ ਇੰਡੀਆ ਇਟਸ ਏ ਵੱਡੀ ਕੰਟਰੀ ਹੈ, ਜਿੱਦਾਂ ਮੈਂ ਕਿਹਾ ਕਿ ਅੱਗੇ ਵੱਧਦੇ ਪਏ ਹਾਂ ਆਪਾਂ। ਠੀਕ ਹੈ, 2050 2060 ਇੰਡੀਆ ਇੱਕ ਵਧੀਆ ਕੰਟਰੀ ਹੋਏਗੀ ਅਤੇ ਹੋਪਫੁਲੀ 5 ਸਾਲ ਬਾਅਦ ਇੱਕ ਲੀਡਰ ਚੇਂਜ ਹੁੰਦਾ ਰਹੇ ਨਾ, ਵਿਚ ਇਜ਼ ਅ ਗੁੱਡ ਥਿੰਗ। ਲੀਡਰ ਹਮੇਸ਼ਾ ਚੇਂਜ ਉੱਪਰ ਹੋਣਾ ਚਾਹੀਦਾ, ਸੇਮ ਲੀਡਰ ਨਹੀਂ ਰਹਿਣਾ ਚਾਹੀਦਾ। ਠੀਕ ਹੈ, ਜੋ ਥੋੜ੍ਹਾ ਜਿਹਾ ਮਾਡਲ ਹੈ ਨਾ, ਇੰਟਰਨਲ ਮਾਡਲ ਹੈ ਇੰਡੀਆ ਦਾ, ਉਹਦੇ ਨਾਲ ਥੋੜ੍ਹੀ ਦਿੱਕਤ ਹੈ। ਬਟ ਐਜ਼ ਏ ਇੰਡੀਆ ਇੰਟਰਨੈਸ਼ਨਲ ਪਾਵਰ ਦੇ ਵਿੱਚ ਮੈਨੂੰ ਕੋਈ ਦਿੱਕਤ ਨਹੀਂ। ਵੀ ਆਰ ਪਰਫੈਕਟ। ਜਿੱਧਰ ਵੀ ਆਪਾਂ ਜਿੱਦਾਂ ਵੀ ਆਪਾਂ ਜਾਂਦੇ ਪਏ ਹਾਂ ਨਾ, ਪਰਫੈਕਟਲੀ ਪ੍ਰੋਗਰੈਸ ਕਰਦੇ ਪਏ ਹਾਂ ਆਪਾਂ। ਠੀਕ ਹੈ, ਹੁਣ ਨਾ ਔਰੰਗਜ਼ੇਬ ਨੇ ਜਦੋਂ ਮੁਗਲ ਰਾਜ ਸੀ, ਸਾਡੇ ਨਾਲ ਬੜੇ ਤਸੀਹੇ ਦਿੱਤੇ, ਬਹੁਤ ਚੀਜ਼ਾਂ ਸਾਡੇ ਨਾਲ ਕੀਤੀਆਂ ਗਈਆਂ। ਬਟ ਅੱਜ ਮੈਂ ਪੂਰੀ ਮੁਸਲਿਮ ਕਮਿਊਨਿਟੀ ਨੂੰ ਕਹਾਂਗੇ ਯਾਰ ਤੁਸੀਂ ਇਹ ਮੇਰੇ ਨਾਲ ਕੀਤਾ ਸੀ, ਇਟਸ ਨੋਟ ਗੁੱਡ ਇਨਫ। ਠੀਕ ਹੈ, ਕੋਈ ਵੀ ਚੀਜ਼ ਮੇਰੇ ਨਾਲ ਅੱਜ ਹੁੰਦੀ ਹੈ, ਮੈਂ ਕਹਾਂਗਾ ਯਾਰ ਕਿਉਂਕਿ ਔਰੰਗਜ਼ੇਬ ਨੇ ਸਾਡੇ ਨਾਲ ਇੱਦਾਂ ਕੀਤਾ ਸੀ, ਸਾਨੂੰ ਇਨਸਾਫ ਨਹੀਂ ਮਿਲਿਆ ਅੱਜ ਤੱਕ। ਇਟਸ ਨੋਟ ਫੇਅਰ ਇਨਫ। ਬਟ ਸੇਮ ਥਿੰਗ ਆਪਾਂ ਮਾਡਰਨ ਟਾਈਮ ਦੇ ਵਿੱਚ ਕਰਦੇ ਪਏ ਹਾਂ। ਇੰਡੀਆ ਨੂੰ ਬਲੇਮ ਨਾ ਕਰੋ। ਠੀਕ ਹੈ, ਜੋ ਬੈਡ ਐਲੀਮੈਂਟ ਸੀ ਉਸ ਟਾਈਮ, ਜੋ ਵੀ ਉਹਨਾਂ ਨੇ ਚੀਜ਼ਾਂ ਕੀਤੀਆਂ, ਠੀਕ ਹੈ, ਉਹਨਾਂ ਦੀ ਜਸਟੀਫਿਕੇਸ਼ਨ ਹੋਣੀ ਚਾਹੀਦੀ ਹੈ, ਉਹਨਾਂ ਦੀ ਜਸਟਿਸ ਹੋਣੀ ਚਾਹੀਦੀ ਹੈ। ਬਟ ਵਾਈ ਬਲੇਮ ਦਾ ਹੋਲ ਇੰਡੀਆ। ਠੀਕ ਹੈ, ਔਰੰਗਜ਼ੇਬ ਨੇ ਜੋ ਵੀ ਕੀਤਾ ਉਹਨੂੰ ਪੂਰੇ ਇੰਡੀਆ ਨੂੰ ਉੱਤੇ ਬਲੇਮ ਕਰਨਾ, ਦੈਟਸ ਨੋਟ ਫੇਅਰ ਇਨਫ। ਐਂਡ ਉਹ ਨਗਰ ਕੀਰਤਨ ਦੀ ਜੋ ਵੀ ਝਾਂਕੀਆਂ ਹੋਈਆਂ ਨਾ, ਉਹ 'ਚ ਪ੍ਰੋਬਲਮ ਕੀ ਹੁੰਦੀ ਹੈ ਕਿ ਪੂਰਾ ਇੰਡੀਆ ਦੀ ਜੋ ਇੱਕ ਇਮੇਜ ਹੈ ਨਾ, ਉਹ ਬੜੀ ਥੱਲੇ ਚਲੀ ਜਾਂਦੀ ਹੈ। ਉਹ ਨਹੀਂ ਹੋਣਾ ਚਾਹੀਦਾ। ਠੀਕ ਹੈ, ਕਿਉਂਕਿ ਕਦੀ ਕੀ ਹੁੰਦਾ ਕਿ ਫੋਰ ਐਗਜ਼ਾਮਪਲ, ਠੀਕ ਹੈ, ਮੈਂ ਬੜੇ ਨਾ ਇੱਕ ਨੀਟੀ ਗ੍ਰਿਟੀ ਪੁਆਇੰਟ ਦੇ ਉੱਤੇ ਗੱਲ ਕਰਦਾ ਪਿਆ ਕਿ ਕਿਸੇ ਬਿਜ਼ਨਸਮੈਨ ਨੇ ਸੋਚੋ ਇਨਵੈਸਟ ਕਰਨਾ ਇੰਡੀਆ ਦੇ ਵਿੱਚ, ਜੋ ਇੰਡੀਆ ਦੇ ਨਾਲ ਫੈਮਿਲੀਅਰ ਨਹੀਂ ਹੈ, ਅਤੇ ਇੰਡੀਆ ਦੇ ਉਹਨੂੰ ਜ਼ਿਆਦਾ ਬੈਕਗਰਾਊਂਡ ਨਹੀਂ ਪਤਾ, ਹਿਸਟਰੀ ਨਹੀਂ ਪਤਾ। ਠੀਕ ਹੈ, ਬਟ ਉਹ ਜਦੋਂ ਇੱਦਾਂ ਦੀਆਂ ਝਾਕੀ ਦੇਖੇਗਾ, ਠੀਕ ਹੈ, ਅਤੇ ਉਹਨੂੰ ਵਾਰ-ਵਾਰ ਦੱਸਿਆ ਜਾਂਦਾ ਕਿ ਇੰਡੀਆ 'ਚ ਇੱਦਾਂ ਦੀਆਂ ਚੀਜ਼ਾਂ ਹੁੰਦੀਆਂ ਨੇ, ਹੁਣ ਵੀ ਹੋ ਰਹੀਆਂ ਨੇ। ਠੀਕ ਹੈ, ਅਤੇ ਸ਼ਾਇਦ ਉਹ ਥੋੜ੍ਹਾ ਜਿਹਾ ਰਿਲੈਕਟੈਂਟ ਹੋਏਗਾ। ਅਗੇਨ ਇਹ ਬੜਾ ਛੋਟਾ ਜਿਹਾ ਪੁਆਇੰਟ ਹੈ, ਪੂਰੇ ਇੰਡੀਆ ਨੂੰ ਬਲੇਮ ਕਰਨਾ ਅਤੇ ਉਹਦੀ ਪੂਰੀ ਇੰਡੀਆ ਦੀ ਇਮੇਜ ਥੱਲੇ ਲੈ ਕੇ ਆਉਣਾ, ਕਿਉਂਕਿ ਆਪਾਂ ਉੱਪਰ ਵੱਧਦੇ ਪਏ ਹਾਂ, ਆਪਾਂ ਹੀ ਆਪਣੀ ਇਮੇਜ ਦੇ ਰੱਖੇ ਹਾਂ। ਅਤੇ ਗੱਲ ਮੈਂ ਕਰਦਾ ਪਿਆ ਸੀ ਵਿਕਟਮ ਮੈਂਟੈਲਿਟੀ ਦੀ, ਕਿ ਉਹਦੇ ਵਿੱਚ ਜਦੋਂ ਕੋਈ ਵਿਕਟਮ
ਬਣ ਜਾਂਦਾ ਨਾ ਆਪਣੇ ਦਿਮਾਗ ਦੇ ਵਿੱਚ, ਉਹਨੂੰ ਫੀਡਬੈਕ ਦੇਣਾ ਬੜਾ ਔਖਾ ਹੈ, ਉਹਨੂੰ ਕਿਸੇ ਵੀ ਤਰ੍ਹਾਂ ਦੀ ਇਨਕਰੇਜਮੈਂਟ ਦੇਣਾ ਬਹੁਤ ਜ਼ਿਆਦਾ ਔਖੀ ਹੈ। ਜਿੱਦਾਂ ਕਹੀਏ ਨਾ ਕਿ ਜਿੱਦਾਂ ਹੁਣ ਮੈਂ ਗੱਲ ਕੀਤੀ ਐਜ਼ ਏ ਇੰਡੀਅਨ ਮੈਂ ਗੱਲ ਕੀਤੀ ਕਿ ਇੰਡੀਆ ਕਿੱਦਾਂ ਉੱਪਰ ਜਾਂਦਾ ਪਿਆ, ਠੀਕ ਹੈ, ਇਹਦੇ ਅਗੇਂਸਟ ਕੋਈ ਜਦੋਂ ਇੱਦਾਂ ਦੀ ਚੀਜ਼ ਆਉਂਦੀ ਹੈ ਉਹ ਚੀਜ਼ ਸ਼ਾਇਦ ਵਧੀਆ ਨਹੀਂ, ਉਹ ਇੱਕ ਕਾਈਂਡ ਆਫ ਇੱਕ ਪੋਜ਼ੀਟਿਵ ਫੀਡਬੈਕ ਮੈਂ ਕਹਿ ਦੇਵਾਂ, ਠੀਕ ਹੈ। ਕਿਸੇ ਚੀਜ਼ਾਂ ਨੂੰ ਇਰੈਲੇਵੈਂਟ ਚੀਜ਼ਾਂ ਨੂੰ ਮਿਕਸਅਪ ਕਰਨਾ, ਹਿਸਟਰੀ ਨੂੰ ਕਰੰਟ ਟਾਈਮ ਦੇ ਨਾਲ ਮਿਕਸਅਪ ਕਰਨਾ, ਉਹ ਰੈਲੇਵੈਂਟ ਨਹੀਂ ਮੈਨੂੰ ਲੱਗਦਾ ਕਦੀ ਕਦੀ। ਇਹਨੂੰ ਇੱਕ ਪੋਜ਼ੀਟਿਵ ਫੀਡਬੈਕ ਕਹਿ ਲਈਏ ਜਾਂ ਇਨਕਰੇਜਮੈਂਟ ਕਹਿ ਲਈਏ, ਇੱਕ ਪਰਸਪੈਕਟਿਵ ਦੇਣ ਦੀ ਕੋਸ਼ਿਸ਼ ਕਹਿ ਲਈਏ, ਬਟ ਬਹੁਤ ਲੋਕੀ ਹੋਣਗੇ ਜੋ ਇਹ ਚੀਜ਼ ਨਹੀਂ ਲੈ ਸਕਦੇ। ਤੂੰ ਇੱਦਾਂ ਕਿੱਦਾਂ ਕਹਿ ਦਿੱਤਾ, ਠੀਕ ਹੈ। ਇਹ ਵੀ ਜਿਹੜਾ ਵੀ ਬੰਦਾ ਇਹ ਕਰਦਾ ਨਾ, ਉਹ ਵਿਕਟਮ ਮੈਂਟੈਲਿਟੀ ਦੇ ਵਿੱਚ ਆਲਰੇਡੀ ਹੀ ਹੈ, ਉਹਦੀ ਵਿਕਟਮ ਮੈਂਟੈਲਿਟੀ ਬਣ ਚੁੱਕੀ, ਉਹ ਕਨਵਿੰਸ ਹੈ ਕਿ ਕੋਈ ਸੋਲੂਸ਼ਨ ਨਹੀਂ। ਤੇ ਇੱਦਾਂ ਦੀ ਸਿਚੁਏਸ਼ਨ ਦੇ ਵਿੱਚ ਆ ਗਏ ਨਾ, ਅਗੇਨ ਵਿਕਟਮ ਮੈਂਟੈਲਿਟੀ ਦਾ ਅਗਲਾ ਪੁਆਇੰਟ, ਇੱਦਾਂ ਦੀ ਸਿਚੁਏਸ਼ਨ ਦੇ ਵਿੱਚ ਆ ਗਏ ਤੁਸੀਂ ਅਬਿਊਜ਼ਿਵ ਰਿਲੇਸ਼ਨਸ਼ਿਪਸ ਤੇ ਨੈਗੇਟਿਵ ਰਿਲੇਸ਼ਨਸ਼ਿਪਸ ਬੜੀ ਜਲਦੀ ਐਕਸੈਪਟ ਕਰ ਲੈਂਦੇ ਹੋ। ਅਗਰ ਕੋਈ ਤੁਹਾਨੂੰ ਆ ਕੇ ਕਹੇ ਨਾ ਕਿ ਮੈਂ ਤੁਹਾਡੀ ਸਿਚੁਏਸ਼ਨ ਫਿਕਸ ਕਰ ਦਾਂਗਾ, ਉਹਨੂੰ ਐਕਸੈਪਟ ਕਰਨਾ ਤੁਹਾਡੇ ਲਈ ਬੜਾ ਈਜ਼ੀ ਹੋ ਜਾਂਦਾ, ਭਾਵੇਂ ਉਹ ਟੌਕਸਿਕ ਲੀਡਰ ਹੋ ਜਾਣ। ਕੋਈ ਵੀ ਕਿਸੇ ਵੀ ਤਰ੍ਹਾਂ ਦਾ ਟੌਕਸਿਕ ਲੀਡਰ ਆ ਕੇ ਕਹੇ ਨਾ ਤੇ ਉਹ ਕਹੇ ਕਿ ਮੈਂ ਤੁਹਾਨੂੰ ਰਿਪਰੈਜ਼ੈਂਟ ਕਰਦਾ ਵਾਂ ਤੇ ਮੈਂ ਇਹ ਸਿਚੁਏਸ਼ਨ ਫਿਕਸ ਕਰਕੇ ਦੇਵਾਂਗਾ, ਉਹਨੂੰ ਬਹੁਤ ਈਜ਼ੀਲੀ ਤੁਸੀਂ ਐਕਸੈਪਟ ਕਰ ਲੋਗੇ। ਹੁਣ ਜੋ ਆਪਣੇ ਪੰਜਾਬ ਦੇ ਵਿੱਚ ਰੀਸੈਂਟਲੀ ਹੀ ਹੋਇਆ, ਠੀਕ ਹੈ, ਕੋਈ ਵੀ ਆ ਗਿਆ ਕਹਿੰਦਾ ਕਿ ਮੈਂ ਫਿਕਸ ਕਰਦਾ ਵਾਂ, ਮੈਂ ਹੀ ਤੁਹਾਨੂੰ ਜਸਟਿਸ ਦਿਵਾ ਸਕਦਾ ਵਾਂ, ਭਾਵੇਂ ਉੱਥੇ ਕੋਈ ਚੀਜ਼ ਜਸਟਿਸ ਕਰਾਉਣ ਵਾਲੀ ਹੈ ਜਾਂ ਨਹੀਂ ਹੈ, ਉਹ ਨਹੀਂ ਤੁਸੀਂ ਦੇਖਣਾ। ਤੁਸੀਂ ਕਹੋ ਹਾਂ ਇਹ ਸਾਡਾ ਲੀਡਰ ਹੈ, ਇਹ ਸਾਨੂੰ ਜਸਟਿਸ ਦਿਵਾਏਗਾ, ਉਹ ਵੀ ਇੱਕ ਵਿਕਟਮ ਮੈਂਟੈਲਿਟੀ ਦਾ ਇੰਡੀਕੇਸ਼ਨ ਹੈ, ਠੀਕ ਹੈ। ਕਿ ਅਬਿਊਜ਼ਿਵ ਰਿਲੇਸ਼ਨਸ਼ਿਪਸ ਤੁਸੀਂ ਬੜੀ ਜਲਦੀ ਐਕਸੈਪਟ ਕਰਦੇ ਹੋ। ਤੇ ਫਾਈਨਲ ਪੁਆਇੰਟ ਇਹੀ ਹੈ ਕਿ ਤੁਹਾਨੂੰ ਐਕਚੁਅਲੀ ਨਹੀਂ ਪਤਾ ਕਿ ਵਾਟ ਡੂ ਯੂ ਐਕਚੁਅਲੀ ਵਾਂਟ। ਤੁਹਾਡੀ ਜੋ ਡਿਮਾਂਡਸ ਹੋ ਜਾਂਦੀਆਂ ਨੇ ਵਿਕਟਮ ਮੈਂਟੈਲਿਟੀ ਦੇ ਵਿੱਚ, ਆਊਟਰੇਜਸ ਮੈਂ ਕਹਿ ਲਵਾਂ, ਬਹੁਤ ਜ਼ਿਆਦਾ ਆਊਟ ਆਫ ਦਿਸ ਵਰਲਡ ਹੁੰਦੀਆਂ ਨੇ ਕਿ ਹੁਣ ਰੱਬ ਹੀ ਆ ਕੇ ਸਾਡੀ ਫਿਕਸ ਕਰ ਸਕਦਾ ਹਰੇਕ ਚੀਜ਼। ਰੱਬ ਹੀ ਛੋਟਾ ਮੋਟਾ ਸੋਲੂਸ਼ਨ ਨਹੀਂ ਹੈ। ਤੁਸੀਂ ਸਾਨੂੰ ਫੀਡਬੈਕ ਨਹੀਂ ਦੇ ਸਕਦੇ, ਤੁਸੀਂ ਸਾਨੂੰ ਕੋਈ ਇਨਕਰੇਜਮੈਂਟ ਨਹੀਂ ਦੇ ਸਕਦੇ। ਇਹਦਾ ਸੋਲੂਸ਼ਨ ਸਿਰਫ ਰੱਬ ਹੀ ਆ ਕੇ ਕਰੇਗਾ। ਇਹਦਾ ਸੋਲੂਸ਼ਨ ਇਹੀ ਸਾਨੂੰ ਵੱਖਰੇ ਕਰ ਦਿਓ, ਦੈਟਸ ਇਟ। ਬਟ ਵੱਖਰੇ ਹੋ ਕੇ ਕੀ, ਵਟ ਇਜ਼ ਦ ਨੈਕਸਟ ਪਲਾਨ, ਵੀ ਡੋਂਟ ਨੋ, ਵੀ ਹੈਵ ਨੋ ਫਕਿੰਗ ਆਈਡੀਆ। ਬਟ ਇਹਦਾ ਸੋਲੂਸ਼ਨ ਇਹੀ ਹੈ, ਛੋਟੇ ਮੋਟੇ ਸੋਲੂਸ਼ਨ ਨਹੀਂ ਹੋ ਸਕਦੇ ਇਹਦੇ, ਠੀਕ ਹੈ। ਵਿਕਟਮ ਮੈਂਟੈਲਿਟੀ ਤੇ ਸਮਝੀਏ ਆਪਾਂ ਮੇਰੇ ਪੋਡਕਾਸਟ ਕਰਨ ਦਾ ਇਹੀ ਇੱਕ ਪੁਆਇੰਟ ਕਿ ਪਹਿਲੀ ਗੱਲ ਤਾਂ ਥੋੜ੍ਹਾ ਜਿਹਾ ਬ੍ਰੇਨ ਆਪਾਂ ਯੂਜ਼ ਕਰੀਏ। ਕਿਹੜੇ ਬੰਦੇ ਨੂੰ ਆਪਾਂ ਹੀਰੋ ਬਣਾਉਂਦੇ ਪਏ ਹਾਂ, ਬੀ ਰੀਲੀ ਕੇਅਰਫੁਲ। ਭਾਵੇਂ ਸਿੰਗਰ ਹੋਵੇ ਜੋ ਆਪਾਂ ਨੂੰ ਰਿਪਰੈਜ਼ੈਂਟ ਕਰਦਾ ਪਿਆ, ਉਹਨੂੰ ਵੀ ਕਿਸੇ ਨਾ ਕਿਸੇ ਹੱਦ ਤੱਕ ਇਹ ਸੋਝੀ ਚਾਹੀਦੀ ਹੈ ਕਿ ਪੂਰੀ ਕਮਿਊਨਿਟੀ ਰਿਪਰੈਜ਼ੈਂਟ ਹੁੰਦੀ ਪਈ ਹੈ, ਕਿ ਮੈਂ ਕੋਈ ਸਟੂਪਿਡ ਚੀਜ਼ ਨਾ ਕਰਾਂ ਸਾਰਿਆਂ ਦੇ ਸਾਹਮਣੇ, ਠੀਕ ਹੈ। ਘਰੇ ਬੈਠ ਕੇ ਜੋ ਮਰਜ਼ੀ ਕਰੋ। ਹੁਣ ਜਦੋਂ ਅੰਗਰੇਜ਼ੀ ਦੀ ਗੱਲ ਮੈਂ ਕੀਤੀ ਨਾ, ਦਲਜੀਤ ਦੋਸਾਂਝ ਦੀ, ਬਹੁਤ ਨਾ ਇੰਡੀਆ ਦੇ ਵਿੱਚ ਮੇਰੇ ਦੋਸਤ ਵੀ ਨੇ, ਠੀਕ ਹੈ, ਜਿਨ੍ਹਾਂ ਨੂੰ ਮੈਂ ਇਹ ਚੀਜ਼ ਕਹਿੰਦੇ ਸੁਣਿਆ। ਹੁਣ ਅਸੀਂ ਇਕੱਠੇ ਕਹੀਏ ਪਿੰਡ ਦੇ ਵਿੱਚ ਇਕੱਠੇ ਗਰੋ ਅਪ ਹੋਏ, ਮੇਰੀ ਇੰਗਲਿਸ਼ ਇਜ਼ ਫਾਈਨ, ਬਟ ਕੋਈ ਮੇਰੇ ਫਰੈਂਡ ਨਹੀਂ, ਯਾਰ ਸਾਨੂੰ ਅੰਗਰੇਜ਼ੀ ਕਦੇ ਨਹੀਂ ਆਉਣੀ। ਕਿਉਂ ਨਹੀਂ ਆਉਣੀ? ਕਿਉਂਕਿ ਜੋ ਸਾਡੇ ਹੀਰੋ ਬਣਾਏ ਹੋਏ ਨੇ, ਜੋ ਹੀਰੋ ਆਪਾਂ ਰੱਖੇ ਹੋਏ ਨੇ ਆਪਣੇ ਸਾਹਮਣੇ, ਉਹ ਹੀਰੋ ਆਪ ਕਹਿੰਦਾ ਪਿਆ ਹੋ ਸਾਡਾ ਅੰਗਰੇਜ਼ੀ ਸੇ ਪਾਲਾ ਤਾਂ ਐਸਾ ਹੀ ਹੈ ਫਿਰ। ਤੇ ਉਹ ਚੀਜ਼ਾਂ ਨਾ ਜੋ ਹੀਰੋ ਤੁਹਾਡੇ ਕਰਦੇ ਨੇ, ਉਹ ਇੱਦਾਂ ਦੀਆਂ ਸਟੇਟਮੈਂਟਾਂ ਦਿੰਦੇ ਨੇ, ਉਹ ਤੁਹਾਨੂੰ ਹੋਰ ਇੰਪਾਵਰ ਕਰ ਦਿੰਦੇ ਨੇ, ਹੋਰ ਜ਼ਿਆਦਾ ਇੰਪਾਵਰ ਕਰ ਦਿੰਦੇ ਨੇ ਕਿ ਅਗਰ ਉਹ ਬੰਦਾ ਨਹੀਂ ਬੋਲ ਸਕਦਾ ਇੰਨਾ ਇੰਟੈਲੀਜੈਂਟ, ਤੇ ਅਸੀਂ ਕਿੱਦਾਂ ਬੋਲਾਂਗੇ। ਇੱਕ ਹੋਰ ਸਟੋਰੀ ਮੈਂ ਸ਼ੇਅਰ ਕਰਾਂ, ਕਿਉਂ ਜਦੋਂ ਆਪਾਂ ਨੂੰ ਇੱਕ ਵੈਲੀਡੇਸ਼ਨ ਮਿਲ ਜਾਂਦੀ ਹੈ, ਤੁਸੀਂ ਕੰਮ ਅਗਰ ਕੋਈ ਕਰਨਾ ਚਾਹੁੰਦੇ ਵੀ ਹੋ ਨਾ, ਉਹ ਤੁਸੀਂ ਨਹੀਂ ਕਰ ਪਾਉਂਦੇ। ਮੇਰਾ ਇੱਕ ਦੋਸਤ ਨਾ ਡਿਪਰੈਸ਼ਨ ਦੇ ਥਰੂ ਜਾਂਦਾ ਪਿਆ, ਤੇ ਉਹਨੇ ਥੈਰੇਪਿਸਟ ਨੂੰ ਜਾ ਕੇ ਦੇਖਿਆ, ਤੇ ਥੈਰੇਪਿਸਟ ਨਾਲ ਉਹਨੇ ਗੱਲਬਾਤ ਕੀਤੀ ਜੋ ਵੀ, ਤੇ ਥੈਰੇਪਿਸਟ ਨੇ ਕਿਹਾ ਕਿ ਠੀਕ ਹੈ, ਅਗਰ ਤੈਨੂੰ ਨੀਂਦ ਨਹੀਂ ਆਉਂਦੀ ਨਾ, ਤੂੰ ਪੈਗ ਲਾ ਸਕਦਾ ਬਾਏ ਐਂਡ ਆਫ ਦ ਡੇ। ਸੌਣ ਤੋਂ ਪਹਿਲਾਂ ਇੱਕ ਪੈਗ ਲਾ ਲਿਆ, ਸ਼ਾਇਦ ਤੈਨੂੰ ਈਜ਼ੀ ਹੋ ਜਾਏਗਾ ਸੌਣ ਦੇ ਵਿੱਚ, ਤੈਨੂੰ ਦਿੱਕਤ ਨਹੀਂ ਆਏਗੀ, ਘੱਟ ਆਏਗੀ। ਹੁਣ ਉਹਨੂੰ ਨਾ ਇੱਕ ਥੈਰੇਪਿਸਟ ਤੋਂ ਵੈਲੀਡੇਸ਼ਨ ਮਿਲ ਗਈ, ਠੀਕ ਹੈ। ਉਹਦੇ ਨਾਲ ਥੋੜ੍ਹੀ ਸਿਹਤ ਵੀ ਸਹੀ ਨਹੀਂ ਸੀ, ਤਾਂ ਮੈਨੂੰ ਰਿਕਮੈਂਡ ਕੀਤਾ ਥੈਰੇਪਿਸਟ ਤੋਂ ਦੇਖਣ ਤੋਂ ਪਹਿਲਾਂ। ਮੈਂ ਉਹਨੂੰ ਕਿਹਾ ਕਿ ਦੇਖ, ਅਗਰ ਤੂੰ ਸਿਹਤ ਸਹੀ ਕਰਨੀ ਹੈ, ਤੂੰ ਮੇਰੇ ਨਾਲ ਜਿੰਮ ਚੱਲਿਆ ਕਰ,
ਆਪਾਂ ਕਾਰਡੀਓ ਇਕੱਠੇ ਕਰਿਆ ਕਰਾਂਗੇ, ਸਿਗਰਟਾਂ ਪੀਣਾ ਛੱਡ ਦੇ, ਠੀਕ ਹੈ, ਕਿਉਂਕਿ ਸਿਗਰਟ ਦੇ ਵਿੱਚ ਨਾ ਉਹ ਨਿਕੋਟੀਨ ਹੁੰਦੀ ਹੈ ਨਾ, ਉਹ ਤੁਹਾਨੂੰ ਰਿਲੈਕਸ ਕਰ ਦਿੰਦੀ ਹੈ 15-20 ਮਿੰਟ ਵਾਸਤੇ। ਮੈਨੂੰ ਕਿਹਾ ਕਿ ਆਹ ਚੀਜ਼ਾਂ ਛੱਡ ਦੇ। ਮੈਂ ਨਾ ਚੱਲ ਹਾਂ ਠੀਕ ਹੈ, ਤੈਨੂੰ 1-2 ਮਹੀਨੇ ਦਿੱਕਤ ਹੋਏਗੀ, ਬਟ ਜਦੋਂ ਤੇਰੀ ਆਦਤ ਬਣ ਗਈ ਨਾ, ਐਵਰੀਥਿੰਗ ਇਜ਼ ਗੋਨਾ ਬੀ ਫਾਈਨ। ਬਟ ਉਹਨੇ ਚਲੋ ਸਲਾਹ ਮੇਰੀ ਨਹੀਂ ਸੁਣੀ, ਡਿਪਰੈਸ਼ਨ ਚੀਜ਼ ਹੀ ਇੱਦਾਂ ਦੀ ਹੈ। ਥੈਰੇਪਿਸਟ ਕੋਲ ਗਿਆ ਤੇ ਥੈਰੇਪਿਸਟ ਨੇ ਉਹਨੂੰ ਕਿਹਾ ਕਿ ਪੈਗ ਲਾ ਲਿਆ ਕਰ। ਹੁਣ ਉਹਨੂੰ ਵੈਲੀਡੇਸ਼ਨ ਮਿਲ ਗਈ, ਹੁਣ ਰੋਜ਼ ਸ਼ਰਾਬੀ ਹੁੰਦਾ। ਸ਼ਰਾਬੀ ਕਿਉਂ ਹੁੰਦਾ? ਮੈਂ ਕਹਿੰਦਾ ਯਾਰ ਤੂੰ ਛੱਡਦਾ ਕਿਉਂ ਨਹੀਂ? ਉਹਨੇ ਕਿਹਾ ਯਾਰ ਮੇਰੇ ਥੈਰੇਪਿਸਟ ਨੇ ਮੈਨੂੰ ਕਿਹਾ ਹੋਇਆ। ਹੁਣ ਉਹਦੇ ਕੋਲ ਬਹਾਨਾ ਮਿਲ ਗਿਆ। ਹੁਣ ਅੰਗਰੇਜ਼ੀ ਦੀ ਜਦੋਂ ਗੱਲ ਆਉਂਦੀ ਹੈ, ਠੀਕ ਹੈ, ਆਪਣਾ ਇੱਟ ਕੁੱਤੇ ਦਾ ਵੈਰ ਹੈ ਅੰਗਰੇਜ਼ੀ ਦੇ ਨਾਲ, ਬਟ ਅੰਗਰੇਜ਼ੀ ਇੱਕ ਭਾਸ਼ਾ ਹੀ ਹੈ। ਬਟ ਜਦੋਂ ਤੁਹਾਨੂੰ ਇੱਕ ਵੈਲੀਡੇਸ਼ਨ ਮਿਲ ਜਾਂਦੀ ਹੈ ਇੱਕ ਇੰਟਰਨੈਸ਼ਨਲ ਸਟਾਰ ਦੇ ਉੱਤੋਂ, ਯਾਰ ਉਹ ਨਹੀਂ ਬੋਲ ਸਕਦਾ ਤੇ ਅਸੀਂ ਕਿੱਦਾਂ ਬੋਲਾਂਗੇ? ਤੇ ਸਾਡਾ ਤੇ ਪਹਿਲੋਂ ਹੀ ਅਸੀਂ ਬੜੇ ਰਿਲੈਕਟੈਂਟ ਆ ਕਿ ਅਸੀਂ ਨਾ ਹੀ ਸਿੱਖੀਏ, ਠੀਕ ਹੈ। ਮੇਰੇ ਦੋਸਤ ਜੋ ਕਈ ਦੁਬਈ ਵਾਲੀ ਸਾਈਡ ਵੀ ਨੇ, ਮਿਡਲ ਈਸਟ ਦੇ ਵਿੱਚ ਨੇ, ਕਦੀ ਕਦੀ ਉਹਨਾਂ ਨਾਲ ਗੱਲ ਹੁੰਦੀ ਹੈ, ਉਹ ਕਹਿੰਦੇ ਨੇ ਕਿ ਯਾਰ ਦੇਖ ਆਈਲੈਟਸ ਜਨਰਲ ਕੈਨੇਡਾ ਜਾਣਾ ਨਾ ਪੈਸਾ ਬਹੁਤ ਆ, ਜਨਰਲ ਦੇ ਵਿੱਚ 5 ਬੈਂਡ ਚਾਹੀਦੇ ਨੇ, 5 ਜਾਂ 6 ਬੈਂਡ, ਅਕੈਡਮਿਕ ਦੇ ਵਿੱਚ ਨਹੀਂ, ਜਨਰਲ ਦੇ ਵਿੱਚ ਹੀ 5-6 ਬੈਂਡ। ਮੈਂ ਕਹਿੰਦਾ ਯਾਰ ਬਹੁਤ, ਅਗਰ ਤੂੰ ਟਰਾਈ ਕਰੇ ਨਾ ਅੰਗਰੇਜ਼ੀ ਨਾਲ ਥੋੜ੍ਹਾ ਹੱਥ ਪੱਲਾ ਮਾਰੇ, ਬਹੁਤ ਸੌਖੀ ਹੈ ਅੰਗਰੇਜ਼ੀ। ਨਹੀਂ ਯਾਰ ਹੁਣ ਤੇ ਅਸੀਂ 31-32 ਦੇ ਹੋ ਗਏ ਆ, ਹੁਣ ਸਾਡੇ ਪੱਲੇ ਅੰਗਰੇਜ਼ੀ ਕਿੱਥੇ ਪੈਣੀ ਹੈ? ਸੀ ਦਿਸ ਇਜ਼ ਦਾ ਪ੍ਰੋਬਲਮ। ਜਦੋਂ ਇੱਕ, ਚਲੋ ਮੈਂ ਉਹ ਸਿੰਗਰ ਨੂੰ ਹੀ ਇਕੱਲਾ ਬਲੇਮ ਨਹੀਂ ਕਰਦਾ, ਕਹਿਣ ਦਾ ਮੇਰੇ ਭਾਵ ਹੈ ਕਿ ਜਦੋਂ ਇੱਦਾਂ ਦੇ ਐਲੀਮੈਂਟ ਜ਼ਿਆਦਾ ਹੋਣ ਲੱਗ ਪੈਂਦੇ ਨੇ, ਆਪਣੀ ਕਮਿਊਨਿਟੀ ਸਫਰ ਕਰਦੀ ਹੈ। ਅਤੇ ਦੂਜਾ ਫਿਰ ਵਿਕਟਮ ਮੈਂਟੈਲਿਟੀ ਦੀ ਮੈਂ ਗੱਲ ਕਰਾਂ ਕਿ ਇਹ ਬੜਾ ਜ਼ਰੂਰੀ ਹੈ ਕਿ ਆਪਣਾ ਪਰਸਪੈਕਟਿਵ ਆਪਾਂ ਚੇਂਜ ਕਰੀਏ, ਠੀਕ ਹੈ। ਇਹ ਬੜਾ ਜ਼ਰੂਰੀ ਹੈ ਕਿ ਅਗਰ ਕੋਈ ਨੈਗੇਟਿਵ ਸਟੋਰੀ ਆਪਣੀ ਪਰਸਨੈਲਿਟੀ ਦੇ ਨਾਲ ਅਟੈਚ ਹੋ ਗਈ ਹੈ, ਉਹਦੇ ਨਾਲ ਕੋਈ ਪੋਜ਼ੀਟਿਵ ਸਟੋਰੀ ਵੀ ਜੋੜੀਏ। ਜਦੋਂ ਆਪਾਂ ਨਾ ਨੈਗੇਟਿਵ ਚੀਜ਼ ਨੂੰ ਰਿਪੀਟ ਕਰਦੇ ਰਹਿੰਦੇ ਹਾਂ, ਉਹ ਰਿਐਲਿਟੀ ਬਣ ਹੀ ਜਾਂਦੀ ਹੈ। ਤੁਸੀਂ ਐਕਚੁਅਲੀ ਫੀਲ ਕਰਦੇ ਹੋ ਕਿ ਯਾਰ ਕਿਉਂਕਿ ਮੈਂ ਅੱਗੇ ਇਸੇ ਲਈ ਹੀ ਨਹੀਂ ਵੱਧ ਪਾ ਰਿਹਾ ਕਿਉਂਕਿ ਸਾਡੇ ਨਾਲ ਇੱਦਾਂ ਹੋਇਆ ਸੀ, ਠੀਕ ਹੈ। ਅਤੇ ਉਹ ਜੋ ਰਿਪੀਟ ਕਰਨੀ ਹੈ ਨਾ ਵਾਰ-ਵਾਰ, ਸੋਲਿਊਸ਼ਨ ਕੀ ਹੈ? ਆਈ ਡੋਂਟ ਨੋ, ਠੀਕ ਹੈ। ਆਈ ਹੈਵ ਨੋ ਪਰਸਨਲੀ ਆਈ ਹੈਵ ਨੋ ਆਈਡੀਆ, ਬਟ ਮੈਂ ਉਹ ਵਾਰ-ਵਾਰ ਉਹ ਚੀਜ਼ ਰਿਪੀਟ ਨਹੀਂ ਕਰਦਾ ਕਿਉਂਕਿ ਉਹ ਐਕਚੁਅਲੀ ਅਫੈਕਟਸ ਯੋਰ ਪਰਸਨੈਲਿਟੀ, ਇਟ ਐਕਚੁਅਲੀ ਅਫੈਕਟਸ ਯੋਰ ਲਾਈਫ, ਠੀਕ ਹੈ। ਪੋਜ਼ੀਟਿਵ ਚੀਜ਼ਾਂ ਵੀ ਬਹੁਤ ਹੋਈਆਂ ਨੇ ਆਪਣੀ ਹਿਸਟਰੀ ਦੇ ਵਿੱਚ, ਅਤੇ ਉਹ ਤੋਂ ਆਪਾਂ ਪੋਜ਼ੀਟਿਵ ਚੀਜ਼ ਕਿਉਂ ਨਹੀਂ ਲੈਂਦੇ, ਠੀਕ ਹੈ। ਬਟ ਉਹ ਵਾਰ-ਵਾਰ ਰਿਪੀਟ ਕਰਨਾ ਅਤੇ ਫਿਰ ਆਪਣੀ ਉਹ ਕਮਿਊਨਿਟੀ ਵਾਸਤੇ ਹੀ ਮਾੜੀ ਚੀਜ਼ ਆ। ਜਦੋਂ ਆਪਾਂ ਝਾਂਕੀਆਂ ਇੱਦਾਂ ਦੀਆਂ ਕੱਢਦੇ ਹਾਂ ਨਾ, ਆਪਾਂ ਨੂੰ ਹੀ ਇੱਕ ਬੁਰੀ ਲਾਈਟ ਦੇ ਅੰਡਰ ਦੇਖਿਆ ਜਾਂਦਾ ਆ, ਆਪਾਂ ਨੂੰ ਹੀ ਇੱਕ ਬੈਡ ਐਪਲ ਵਾਂਗ ਦੇਖਿਆ ਜਾਂਦਾ ਹੈ, ਜੋ ਆਪਣੇ ਵਾਸਤੇ ਸਹੀ ਗੱਲ ਨਹੀਂ। ਫਿਰ ਲਾਸਟ ਦੇ ਵਿੱਚ ਪੁਆਇੰਟ ਇਹੀ ਮੇਰਾ ਕਹਿਣ ਦਾ ਇਹ ਪੋਡਕਾਸਟ ਦਾ ਕਿ ਆਪਣੀ ਐਜ਼ ਇੰਡੀਅਨਸ ਇਮੇਜ ਬੜੀ ਵਧੀਆ ਬਣਦੀ ਪਈ ਹੈ, ਠੀਕ ਹੈ। ਪੋਪ ਕਲਚਰ ਦੇ ਵਿੱਚ ਹੋ ਗਿਆ ਜਾਂ ਪੋਲੀਟਿਕਸ ਦੇ ਵਿੱਚ ਹੋ ਗਿਆ, ਇਮੇਜ ਬਹੁਤ ਵਧੀਆ ਬਣਦੀ ਪਈ ਹੈ। ਆਪਾਂ ਇੰਡੀਅਨਸ ਐਜ਼ ਪੰਜਾਬੀਜ਼ ਆਪਾਂ ਉੱਪਰ ਵਧਣ ਦਏ ਹਾਂ, ਐਜ਼ ਅ ਸਰਦਾਰ, ਐਜ਼ ਅ ਸਿੱਖ ਆਪਾਂ ਉੱਪਰ ਵਧਣ ਦਏ ਹਾਂ, ਠੀਕ ਹੈ। ਬਟ ਕੁਛ ਐਲੀਮੈਂਟਸ ਤੋਂ ਬੀ ਰੀਲੀ ਕੇਅਰਫੁਲ ਕਿ ਕਿਹੜੇ ਬੰਦੇ ਨੂੰ ਤੁਸੀਂ ਹੀਰੋ ਬਣਾਉਂਦੇ ਪਏ, ਕਿਹੜੇ ਐਲੀਮੈਂਟ ਨੂੰ ਤੁਸੀਂ ਫੋਲੋ ਕਰਦੇ ਪਏ ਹੋ, ਅਤੇ ਆਪਣੇ ਆਪ ਨੂੰ ਰਿਕਗਨਾਈਜ਼ ਕਰੋ ਕਿ ਤੁਹਾਡੇ ਕੋਲ ਵਿਕਟਮ ਮੈਂਟੈਲਿਟੀ ਤਾਂ ਨਹੀਂ, ਇਹ ਤਾਂ ਨਹੀਂ ਕਿ ਤੁਹਾਡੇ ਫੇਸ ਦੇ ਉੱਤੇ ਕੋਈ ਮਾਰਕ ਨਹੀਂ, ਬਟ ਤੁਹਾਨੂੰ ਫੀਲ ਹੁੰਦਾ ਪਿਆ ਕਿ ਲੋਕੀ ਤੁਹਾਡੇ ਨਾਲ ਮਾੜਾ ਇਸੇ ਲਈ ਹੀ ਬਿਹੇਵ ਕਰਨ ਦੇ ਨੇ ਕਿਉਂਕਿ ਤੁਹਾਡੀ ਫੇਸ 'ਤੇ ਮਾਰਕ ਹੈ, ਪਰ ਉਹ ਮਾਰਕ ਤੁਹਾਡੇ ਫੇਸ 'ਤੇ ਨਹੀਂ, ਉਹ ਤੁਹਾਡੇ ਦਿਮਾਗ ਦੇ ਵਿੱਚ ਤੁਹਾਨੂੰ ਇੱਦਾਂ ਦਾ ਫੀਲ ਹੁੰਦਾ ਪਿਆ, ਨਾ ਕਿ ਰਿਐਲਿਟੀ ਦੇ ਵਿੱਚ। ਸੋ ਯਾ ਯੂਜ਼ ਯੋਰ ਬ੍ਰੇਨ, ਠੀਕ ਹੈ। ਵਧੀਆ ਕੰਟੈਂਟ ਕੰਜ਼ਿਊਮ ਕਰੋ, ਵਧੀਆ ਚੀਜ਼ਾਂ ਦੇਖੋ ਅਤੇ ਵਧੀਆ ਚੀਜ਼ਾਂ ਰਿਪੀਟ ਕਰੋ। ਇਹ ਸੀ ਅੱਜ ਦਾ ਐਪੀਸੋਡ ਅਤੇ ਮੈਂ ਤੁਹਾਡਾ ਆਪਣਾ ਕਾਕਾ ਬੱਲੀ, ਨਾਮ ਮੇਰਾ ਗਗਨਦੀਪ ਸਿੰਘ। ਸਤਿ ਸ਼੍ਰੀ ਅਕਾਲ।